ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ PS ਟੈਟ, CTET, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣਗੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਤੱਕ ਇਹ ਵਾਲੀਆਂ ਵੀਡੀਓ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਸੋ ਕਾਫੀ ਦਿਨਾਂ ਤੋਂ ਕਲਾਸਿਸ ਨਹੀਂ ਲੱਗ ਪਾ ਰਹੀਆਂ ਸੀ, ਸੋ ਮਾਫੀ ਚਾਹੁੰਦਾ। ਸੋ ਸਿਸਟਮ ਜੋ ਠੀਕ ਨਹੀਂ ਸੀਗਾ। ਓਕੇ, ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਰਹੇਗਾ ਪੰਜਾਬੀ ਮਾਸਟਰ ਕੇਡਰ ਦੇ ਵਿੱਚ, ਜੋ ਕਿ ਤੁਹਾਨੂੰ NTA NET ਦੇ ਐਗਜ਼ਾਮ ਦੇ ਲਈ ਵੀ ਹੈਲਪਫੁਲ ਰਹੂਗਾ। ਸੋ ਲਾਲ ਸਿੰਘ ਕਮਲਾ ਅਕਾਲੀ ਜਿਹੜੇ ਹੈਗੇ ਨੇ, ਸੋ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਕਾਫੀ ਵੱਡਾ ਟੌਪਿਕ ਹੈ, ਕਾਫੀ ਸਾਰੀਆਂ ਰਚਨਾਵਾਂ ਜਿਹੜੀਆਂ ਇਹਨਾਂ ਦੇ ਬਾਰੇ ਸਾਨੂੰ ਬੁੱਕਸ ਦੇ ਵਿੱਚੋਂ ਮਿਲਦੀਆਂ ਨੇ। ਸੋ ਇਸ ਕਰਕੇ ਕਾਫੀ ਵੱਡਾ ਟੌਪਿਕ ਰਹੂਗਾ। 1899 ਤੋਂ ਲੈ ਕੇ 1977 ਤੱਕ ਜਿਹੜਾ ਇਹ ਰਹੇ ਸੀਗੇ। ਸੋ ਬਹੁਤ ਸਾਰੀਆਂ ਜਿਹੜੀਆਂ ਉਪਲਬਧੀਆਂ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਹਾਸਲ ਕੀਤੀਆਂ ਸੀਗੀਆਂ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਲਾਲ ਸਿੰਘ ਕਮਲਾ ਅਕਾਲੀ। ਸੋ ਜਨਮ ਦੀ ਗੱਲ ਕਰੀਏ ਤਾਂ 14 ਜੂਨ 1899 ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਦਾ ਜਿਹੜਾ ਹੈ ਉਹ ਜਨਮ ਹੋਇਆ ਸੀ। 14 ਜੂਨ, ਸੋ ਯਾਦ ਰੱਖਣਾ ਹੈ 14 ਜੂਨ 1899। ਸੋ ਇਸ ਸਾਲ ਦੇ ਦੌਰਾਨ ਇਹਨਾਂ ਦਾ ਜਨਮ ਹੋਇਆ ਸੀ। ਪਿੰਡ ਦਾ ਨਾਮ ਪਨਹੋੜ ਜਿਹੜਾ ਇਹਨਾਂ ਦਾ ਹੈ, ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ। ਅਤੇ ਪਿਤਾ ਦਾ ਨਾਮ ਜਿਹੜਾ ਹੈ ਇਹਨਾਂ ਦਾ ਸਰਦਾਰ ਭਗਵਾਨ ਸਿੰਘ ਕਿਹਾ ਜਾਂਦਾ ਹੈ ਇਹਨਾਂ ਦੇ ਪਿਤਾ ਨੂੰ। ਠੀਕ ਹੈ, ਸੋ ਇਹਨਾਂ ਦੇ ਪਿਤਾ ਦਾ ਨਾਮ ਜਿਹੜਾ ਕਹਿ ਸਕਦੇ ਹੈਗੇ ਆ ਸਰਦਾਰ ਭਗਵਾਨ ਸਿੰਘ ਸੀਗਾ। ਨੈਕਸਟ ਹੈ ਸਿੱਖਿਆ ਦੀ ਗੱਲ। ਸਿੱਖਿਆ ਦੀ ਗੱਲ ਕਰੀਏ ਤਾਂ ਇਹਨਾਂ ਨੇ ਖਾਲਸਾ ਕਾਲਜ ਹਾਈ ਸਕੂਲ ਤੋਂ ਮੈਟ੍ਰਿਕ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਹਨਾਂ ਨੇ FSC ਦੀ ਜਿਹੜੀ ਪੜ੍ਹਾਈ ਹੈ ਉਹ ਕੰਪਲੀਟ ਕੀਤੀ ਸੀਗੀ। ਖਾਲਸਾ ਹਾਈ ਸਕੂਲ ਜਿਹੜਾ ਹੈ ਇਸ ਤੋਂ ਮੈਟ੍ਰਿਕ ਕੀਤੀ ਹੈ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਜਿਹੜੀ ਹੈ ਇਹਨਾਂ ਨੇ FSC ਜਿਹੜੀ ਹੈ ਉਸ ਦੀ ਸਟੱਡੀ ਜਿਹੜੀ ਇਹਨਾਂ ਨੇ ਕੰਪਲੀਟ ਕੀਤੀ ਸੀਗੀ, ਜਾਣੀ ਕਿ ਕਾਫੀ ਸਾਰੀ ਜਿਹੜੀ ਕਸਦੇ ਨੌਲੇਜ ਸੀਗੀ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਦੇ ਉੱਪਰ ਇਹਨਾਂ ਦਾ ਜ਼ਿਕਰ ਕਰੀਏ ਤਾਂ ਸਾਇੰਸ ਦੇ ਸਟੂਡੈਂਟਾਂ ਦੇ ਵਿੱਚ ਜਿਹੜਾ ਹੈ ਪੰਜਾਬੀ ਲੇਖਕਾਂ ਦੇ ਵਿੱਚ ਸੋ ਇਹਨਾਂ ਦਾ ਨਾਮ ਜਿਹੜਾ ਹੈ ਉਹ ਮੂਹਰੀ ਹੈ। ਸੋ ਸਾਇੰਸ ਦੇ ਵਿੱਚ ਇਹਨਾਂ ਦਾ ਬੜਾ ਇੰਟਰਸਟ ਸੀਗਾ ਅਤੇ ਸਾਇੰਸ ਦੇ ਵਿਦਿਆਰਥੀ ਦੇ ਨਾਮ ਨਾਲ ਇਹਨਾਂ ਨੂੰ ਜਿਹੜਾ ਜਾਣਿਆ ਵੀ ਜਾਂਦਾ ਹੈਗਾ ਕੰਮ। ਓਕੇ, ਕਾਰਜਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਕਾਰਜ ਇਹਨਾਂ ਦੇ ਦੁਆਰਾ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਗਏ ਨੇ। ਸੋ ਅਧਿਆਪਕ ਦੀ ਭੂਮਿਕਾ ਜਿਹੜੀ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਈ ਹੈ, ਜਿਸ ਦੇ ਦੌਰਾਨ ਬਹੁਤ ਸਾਰੇ ਬੱਚਿਆਂ ਨੂੰ ਜਿਹੜੀ ਹੈ ਨਾ ਇਹਨਾਂ ਨੇ ਸਿੱਖਿਆ ਵੀ ਦਿੱਤੀ ਹੈਗੀ ਆ। ਵਕਾਲਤ ਵੀ ਕੀਤੀ ਹੈਗੀ ਆ, ਜਿਹੜੀ ਕਿ ਅਦਾਲਤਾਂ ਦੇ ਵਿੱਚ ਹੈ ਨਾ ਵਕਾਲਤ ਦੀ ਜਿਹੜੀ ਭੂਮਿਕਾ ਹੈ ਉਹ ਵੀ ਇਹਨਾਂ ਦੇ ਦੁਆਰਾ ਨਿਭਾਈ ਗਈ ਹੈ। ਇਸ ਤੋਂ ਇਲਾਵਾ ਰੋਜ਼ਾਨਾ ਅਜੀਤ ਉਰਦੂ ਦੇ ਵਿੱਚ ਦੀ ਉਸ ਦੇ ਮੈਨੇਜਿੰਗ ਡਾਇਰੈਕਟਰ ਰਹੇ ਹੈਗੇ ਨੇਗੇ ਲਾਲ ਸਿੰਘ ਕਮਲਾ ਅਕਾਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਾਨੂੰਨੀ ਸਲਾਹਕਾਰ ਰਹੇ ਹੈਗੇ ਨੇਗੇ ਲਾਲ ਸਿੰਘ ਕਮਲਾ ਅਕਾਲੀ। ਖਾਲਸਾ ਅਖਬਾਰ ਇਹ ਉਰਦੂ ਦੇ ਸੰਪਾਦਕ ਨੇ, ਸੋ ਇਹਨਾਂ ਦੇ ਸੰਪਾਦਕ ਵੀ ਰਹੇ ਹੈਗੇ ਨੇਗੇ। ਠੀਕ ਆ, ਅਖਬਾਰ ਦੋਨੇ, ਇੱਕ ਰੋਜ਼ਾਨਾ ਅਜੀਤ ਜਿਹੜਾ ਉਰਦੂ ਦੇ ਵਿੱਚ ਹੈ, ਖਾਲਸਾ ਅਖਬਾਰ ਉਰਦੂ, ਇਸ ਦੇ ਸੰਪਾਦਕ ਨੇਗੇ। ਔਰ ਇਹ ਦੋ ਭੂਮਿਕਾਵਾਂ ਰਹੀਆਂ ਨੇ, ਇੱਕ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਹੈ, ਦੂਸਰੇ ਦੇ ਵਿੱਚ ਜਿਹੜਾ ਹੈ ਸੰਪਾਦਕ ਦੀ ਭੂਮਿਕਾ ਇਹਨਾਂ ਦੇ ਦੁਆਰਾ ਨਿਭਾਈ ਗਈ ਹੈਗੀ ਹੈ। ਬੱਚਿਆਂ ਦੀ ਗੱਲ ਕਰੀਏ ਤਾਂ ਦੋ ਪੁੱਤਰ ਸੀ ਇਹਨਾਂ ਦੇ, ਇੱਕ ਦਾ ਨਾਮ ਪ੍ਰਿਤਪਾਲ ਸਿੰਘ ਸੀ, ਦੂਸਰੇ ਦਾ ਨਾਮ ਰਵਿੰਦਰ ਸਿੰਘ ਸੀਗਾ। ਔਰ ਚਾਰ ਜਿਹੜੀਆਂ ਇਹਨਾਂ ਦੀਆਂ ਲੜਕੀਆਂ ਸੀ, ਤੀਸਰੀ ਪਹਿਲਾ ਦਾ ਨਾਮ ਅਵਿਨਿੰਦਰ, ਹਰਿੰਦਰ, ਹਰਪਾਲ ਤੇ ਸਤਿੰਦਰ। ਇਹ ਚਾਰ ਲੜਕੀਆਂ ਜਿਹੜੀਆਂ ਇਹਨਾਂ ਦੀ ਸੀ, ਯਾਨੀ ਕਿ ਟੋਟਲ ਜਿਹੜੇ ਬੱਚਿਆਂ ਦੀ ਗੱਲ ਕਰੀਏ ਤਾਂ 6 ਬੱਚੇ ਜਿਹੜੇ ਹੈ ਇਹਨਾਂ ਦੇ ਟੋਟਲ ਸੀਗੇ। ਓਕੇ, ਨੈਕਸਟ ਹੈ ਫਰਵਰੀ 1922 ਦੇ ਵਿੱਚ ਇਹਨਾਂ ਨੇ ਇੱਕ ਭਾਵਪੂਰਤ ਅਤੇ ਸਿੱਖੀ ਜਜ਼ਬਿਆਂ ਦੇ ਨਾਲ ਓਤ-ਪੋਤ ਇੱਕ ਕਿਤਾਬ ਜਿਹੜੀ ਹੈ ਉਹ ਲਿਖੀ ਸੀ, ਜਿਸ ਦਾ ਨਾਮ ਇਹਨਾਂ ਨੇ ਕਮਲਾ ਅਕਾਲੀ ਜਾਂ ਕਿਰਪਾਨ ਦਾ ਸੱਚਾ ਆਸ਼ਿਕ ਜਿਹੜਾ ਰੱਖਿਆ ਸੀਗਾ। ਸੋ ਇਹ ਫਰਵਰੀ 1922 ਦੇ ਵਿੱਚ ਲਿਖੀ ਗਈ ਸੀਗੀ। ਠੀਕ ਹੈ, ਇਹਦੇ ਵਿੱਚ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਗਿਆ ਸੀਗਾ ਸਿੱਖੀ ਧਰਮ ਦੇ ਪ੍ਰਚਾਰ ਨੂੰ ਲੈ ਕੇ, ਸਿੱਖੀ ਦੀ ਜੋ ਅਹਿਮੀਅਤ ਹੈ ਸੋ ਉਸ ਨੂੰ ਇਹਨਾਂ ਨੇ ਜਿਹੜਾ ਹੈ ਨਾ ਪ੍ਰੈਜੈਂਟ ਕੀਤਾ ਸੀ ਇਸ ਪੁਸਤਕ ਦੇ ਵਿੱਚ। ਔਰ ਇਸੇ ਦਾ ਸਰਲੇਖ ਸੀਗਾ ਕਮਲਾ ਅਕਾਲੀ ਜਾਂ ਕਿਰਪਾਨ ਦਾ ਸੱਚਾ ਆਸ਼ਿਕ। ਇਸ ਦੇ ਵਿੱਚੋਂ ਹੀ ਲਾਲ ਸਿੰਘ ਦੇ ਨਾਮ ਦੇ ਨਾਲ ਐਡ ਕੀਤਾ ਗਿਆ ਸੀਗਾ ਕਮਲਾ ਅਕਾਲੀ। ਠੀਕ ਹੈ, ਸੋ ਪਹਿਲਾਂ ਸਿਰਫ ਇਹਨਾਂ ਦਾ ਨਾਮ ਲਾਲ ਸਿੰਘ ਸੀਗਾ, ਬਟ ਇਸ ਰਚਨਾ ਤੋਂ ਬਾਅਦ ਕਮਲਾ ਅਕਾਲੀ ਮੂਹਰਲਾ ਜਿਹੜਾ ਪਾਰਟ ਹੈ ਨਾ, ਪਹਿਲਾ ਹਿੱਸਾ ਜਿਹੜਾ ਅਸੀਂ ਕਹਿ ਦਿੰਦੇ ਹਾਂ ਉਹ ਇਸ ਦੇ ਨਾਲ ਜੁੜ ਗਿਆ, ਜਿਹਦੇ ਆਧਾਰ ਦੇ ਉੱਪਰ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੂੰ ਕਮਲਾ ਅਕਾਲੀ ਦੇ ਨਾਮ ਨਾਲ ਵੀ ਜਾਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹਨਾਂ ਦੇ ਦੁਆਰਾ ਪ੍ਰਸਿੱਧ
ਮੇਰਾ ਵਲੈਤੀ ਸਫ਼ਰ ਦੇ ਜਿਹੜਾ ਕਹਿ ਸਕਦੇ ਹਾਂ ਰਚਨਾ ਕੀਤੀ ਸੀ, ਉਸ ਦੇ ਲੇਖਕ ਦੇ ਵਜੋਂ ਜਿਹੜੀ ਹੈ ਇਹਨਾਂ ਨੇ ਭੂਮਿਕਾ ਨਿਭਾਈ ਸੀ, ਯਾਨੀ ਕਿ ਖੁਦ ਲੇਖਕ ਸੀ। ਮੇਰਾ ਵਲੈਤੀ ਸਫ਼ਰਨਾਮਾ ਪੰਜਾਬੀ ਦੀ ਪਹਿਲੀ ਕਹਾਣੀ, ਪੰਜਾਬੀ ਸਰਬਲੋਹ ਦੀ ਵਹੁਟੀ, ਸਰਬਲੋਹ ਦੀ ਵਹੁਟੀ ਜਿਹੜੀ ਹੈ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ, ਜਿਹੜੀ ਕਿ ਲਾਲ ਸਿੰਘ ਕਮਲਾ ਅਕਾਲੀ ਦੇ ਦੁਆਰਾ ਰਚੀ ਗਈ ਸੀ, ਜਿਸ ਦਾ ਨਾਮ ਸਰਬਲੋਹ ਦੀ ਵਹੁਟੀ ਸੀ। ਠੀਕ ਹੈ, ਸੋ ਇਹ ਪਹਿਲੀ ਕਹਾਣੀ ਹੈ ਪੰਜਾਬੀ ਦੀ ਔਰ ਇਹ ਲਾਲ ਸਿੰਘ ਕਮਲਾ ਅਕਾਲੀ ਦੇ ਦੁਆਰਾ ਰਚੀ ਗਈ ਸੀ। ਸ਼ੈਲੀ ਦੀ ਗੱਲ ਕਰੀਏ, ਰਚਨਾ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਵਿਅੰਗ ਭਰਪੂਰ ਜਿਹੜੀਆਂ ਰਚਨਾਵਾਂ ਨੇ, ਜ਼ਿਆਦਾਤਰ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਵਿਅੰਗ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਉੱਪਰ। ਓਕੇ, ਔਰ ਇਸ ਤੋਂ ਇਲਾਵਾ ਹਾਸ ਰਾਸ ਅਤੇ ਕਲਪਨਾ ਦੀ ਜਿਹੜੀ ਉਡਾਰੀ ਹੈ ਉਹ ਵੀ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿਤੇ ਕਿਤੇ ਹਾਸੀ ਮਜ਼ਾਕ ਵਾਲੇ ਜਿਹੜੇ ਹੈ ਨਾ ਕਹਿ ਸਕਦੇ ਹਾਂ ਰਚਨਾਵਾਂ ਨੇ, ਔਰ ਕਿਤੇ ਕਿਤੇ ਜਿਹੜਾ ਕਹਿ ਸਕਦੇ ਹਾਂ ਬਹੁਤ ਸਾਰੀ ਜਿਹੜੀ ਕਲਪਨਾ ਵੀ ਦੇਖਣ ਨੂੰ ਮਿਲਦੀ ਹੈ ਕਿ ਕਲਪਨਾ ਕੀਤੀ ਗਈ ਹੈ ਅੱਛੇ ਸਮਾਜ ਦੀ, ਸਿੱਖ ਧਰਮ ਦੀ, ਜਿਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਕਲਪਨਾ ਦੇ ਲਈ ਜਿਹੜੀਆਂ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਨੇ। ਬੋਲੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਧਾਰਨ ਅਤੇ ਮੁਹਾਵਰੇਦਾਰ ਜਿਹੜੀ ਬੋਲੀ ਹੈ ਉਸ ਦਾ ਇਸਤੇਮਾਲ ਕੀਤਾ ਹੈ ਇਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ, ਤਾਂ ਕਿ ਹਰ ਕੋਈ ਜਿਹੜਾ ਹੈ ਉਹ ਇਹਨਾਂ ਦੀਆਂ ਰਚਨਾਵਾਂ ਨੂੰ ਜਿਹੜਾ ਹੈ ਆਸਾਨੀ ਦੇ ਨਾਲ ਸਮਝ ਕੇ ਇਸ ਨੂੰ ਜਿਹੜਾ ਸਟੱਡੀ ਕਰ ਸਕੇ ਅਤੇ ਸਮਝ ਸਕੇ। ਠੀਕ ਹੈ, ਸੋ ਇਸ ਲਈ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਸਧਾਰਨ ਬੋਲੀ ਦਾ ਜਾਂ ਸਰਲ ਬੋਲੀ ਦਾ ਇਸਤੇਮਾਲ ਕੀਤਾ ਗਿਆ ਸੀ। ਜਿੰਨੀਆਂ ਰਚਨਾਵਾਂ ਨੇ ਸਾਰੀਆਂ ਰਚਨਾਵਾਂ ਦੇ ਵਿੱਚ ਤਕਰੀਬਨ ਤਰਕ ਅਤੇ ਵਿਗਿਆਨਕ ਸੂਝ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਆਪਾਂ ਗੱਲ ਕੀਤੀ ਸੀ ਕਿ ਸਾਇੰਸ ਦੇ ਸਟੂਡੈਂਟ ਰਹੇ ਨੇ, ਸਾਇੰਸ ਦੇ ਸਟੂਡੈਂਟ ਹੋਣ ਦਾ ਮਤਲਬ ਹੈ ਕਿ ਇਹਨਾਂ ਦੇ ਵਿੱਚ ਤਰਕ ਸੀ, ਸੋਚਣ ਸ਼ਕਤੀ ਦੇ ਜਿਹੜਾ ਕਹਿ ਸਕਦੇ ਸੀ। ਇਸ ਤੋਂ ਇਲਾਵਾ ਵਿਗਿਆਨਕ ਜਿਹੜੇ ਕਨਸੈਪਟ ਨੇ ਜਾਂ ਸੂਝ ਦਾ ਜਿਹੜਾ ਇਸਤੇਮਾਲ ਹੈ ਉਹ ਇਹਨਾਂ ਦੇ ਦੁਆਰਾ ਕੀਤਾ ਜਾਂਦਾ ਸੀ। ਸਾਰੀਆਂ ਹੀ ਰਚਨਾਵਾਂ ਦੇ ਵਿੱਚ ਇਹ ਚੀਜ਼ ਸਾਨੂੰ ਝਲਕਦੀ ਨਜ਼ਰ ਆਉਂਦੀ ਹੈ ਕਿ ਕਿਤੇ ਨਾ ਕਿਤੇ ਤਰਕ ਅਤੇ ਵਿਗਿਆਨ ਦਾ ਇਸਤੇਮਾਲ ਇਹਨਾਂ ਨੇ ਕੀਤਾ ਹੋਇਆ ਹੈ। ਠੀਕ ਹੈ, ਇਸ ਤੋਂ ਇਲਾਵਾ ਯਥਾਰਥਬੰਦੀ, ਨਿਬੰਧਕਾਰ, ਸੋ ਨਿਬੰਧਕਾਰ ਜਿਹੜੇ ਹੈ ਨਾ ਰਚਨਾਵਾਂ 'ਚ ਆਉਂਦਾ ਹੈ, ਸੋ ਨਿਬੰਧਕਾਰ ਇਹਨਾਂ ਨੂੰ ਕਿਹਾ ਜਾਂਦਾ ਹੈ। ਸੋ ਇਹਨਾਂ ਦੇ ਵਿੱਚ ਅਗਰ ਗੱਲ ਕਰੀਏ ਯਥਾਰਥਵਾਦ, ਤਾਂ ਯਥਾਰਥਵਾਦ ਦੀ ਜਿਹੜੀ ਨਿਬੰਧਕਾਰ ਮੰਨੇ ਜਾਂਦੇ ਹੈਗੇ ਨੇ ਉਹ ਲਾਲ ਸਿੰਘ ਕਮਲਾ ਅਕਾਲੀ ਮੰਨੇ ਜਾਂਦੇ ਹੈਗੇ ਨੇ, ਕਿਉਂਕਿ ਸਾਰਾ ਜਿਹੜਾ ਇਹਨਾਂ ਨੇ ਮੈਟਰ ਲਿਖਿਆ ਹੈ ਨਿਬੰਧ ਰੂਪ ਦੇ ਵਿੱਚ ਉਹ ਸਾਰਾ ਯਥਾਰਥ ਦੇ ਨਾਲ, ਸੱਚਾਈ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਸੰਬੰਧਿਤ ਹੈਗਾ ਗਾ। ਓਕੇ, ਨੈਕਸਟ ਹੈ ਦੇਹਾਂਤ। ਸੋ ਦੇਹਾਂਤ ਜਿਹੜਾ ਹੈ 1977 ਦੇ ਵਿੱਚ ਇਹਨਾਂ ਦਾ ਹੋਇਆ ਸੀਗਾ। ਸੋ ਲਾਸਟ ਜਿਹੜੇ ਕਹਿ ਸਕਦੇ ਹਾਂ ਸਟੇਜ ਸੀ, ਇਸ ਤਰ੍ਹਾਂ ਇਹਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਸੀਗੀ 1977 ਦੇ ਵਿੱਚ। ਓਕੇ, ਨੈਕਸਟ ਹੈ ਲਾਲ ਸਿੰਘ ਕਮਲਾ ਅਕਾਲੀ ਦੀਆਂ ਕੁਝ ਪ੍ਰਮੁੱਖ ਪੁਸਤਕਾਂ। ਇਹਨਾਂ ਦੇ ਵਿੱਚ ਪਹਿਲੀ ਪੁਸਤਕ ਆਉਂਦੀ ਹੈ ਮੇਰਾ ਵਲੈਤੀ ਸਫ਼ਰਨਾਮਾ। ਪਹਿਲਾ ਭਾਗ ਜਿਹੜਾ ਹੈ ਉਹ 1931 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਦੂਸਰਾ ਭਾਗ ਜਿਹੜਾ ਹੈ 1933 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਸੋ ਇਹ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਹੈ ਮੇਰਾ ਵਲੈਤੀ ਸਫ਼ਰਨਾਮਾ। ਦੂਸਰੀ ਰਚਨਾ ਹੈ ਮੌਤ ਦੀ ਰਾਣੀ ਦਾ ਘੁੰਡ, ਜੋ ਕਿ 1934 ਦੇ ਵਿੱਚ ਛਾਪੀ ਸੀਗੀ, ਪ੍ਰਕਾਸ਼ਿਤ ਹੋਈ ਸੀਗੀ, ਔਰ ਇਹ ਇੱਕ ਦਾਰਸ਼ਨਿਕ ਫਿਲਾਸਫੀ ਨੂੰ ਪ੍ਰੈਜ਼ੈਂਟ ਕਰਦੀ ਇੱਕ ਪੁਸਤਕ ਹੈਗੀ ਆ, ਰਚਨਾ ਹੈਗੀ ਆ। ਤੀਸਰਾ ਹੈ ਜੀਵਨ ਨੀਤੀ। ਸੋ ਇਸ ਨੂੰ 1949 ਦੇ ਵਿੱਚ ਰਚਿਆ ਗਿਆ ਸੀ, ਜੋ ਕਿ ਇੱਕ ਨਿਬੰਧ ਦੇ ਰੂਪ ਦੇ ਵਿੱਚ ਹੈਗੀ। ਓਕੇ, ਨੈਕਸਟ ਹੈ ਸੈਲਾਨੀ ਦੇਸ਼ ਭਗਤ 1947 ਦੇ ਵਿੱਚ ਹੈ, ਜਿਸ ਦੇ ਵਿੱਚ ਜਾਪਾਨ ਤੋਂ ਦੱਖਣ ਪੂਰਬੀ ਏਸ਼ੀਆ ਦੇ ਇਲਾਕੇ ਦਾ ਪ੍ਰਕਿਰਤਿਕ ਅਤੇ ਸੱਭਿਆਚਾਰਕ ਵਰਣਨ ਜਿਹੜਾ ਹੈ ਉਹ ਕੀਤਾ ਹੋਇਆ ਹੈਗਾ, ਔਰ ਇਸ ਦੇ ਵਿੱਚ ਟੋਟਲ 14 ਜਿਹੜੀਆਂ ਰਚਨਾਵਾਂ ਨੇ ਉਹ ਇਨਕਲੂਡ ਨੇਗੇ। ਸੈਲਾਨੀ ਦੇਸ਼ ਭਗਤ, ਜਾਨੀ ਦੇਸ਼ ਭਗਤੀ ਨੂੰ ਜਿਹੜਾ ਇਸ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਹੈ। ਮਨ ਦੀ ਮੌਤ ਜਿਹੜੀ ਹੈ 1955 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ, ਔਰ ਇਹ ਵੀ ਇੱਕ ਨਿਬੰਧ ਦੇ ਰੂਪ ਦੇ ਵਿੱਚ ਹੀ ਮਿਲਦੀ ਹੈਗੀ ਆ। ਔਰ ਇਸ ਤੋਂ ਇਲਾਵਾ ਮੇਰਾ ਆਖਰੀ ਸਫ਼ਰਨਾਮਾ ਜਿਹੜਾ ਹੈ ਉਹ 1980 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ, ਰਚਨਾ ਲਿਖੀ ਗਈ ਸੀਗੀ। ਨੈਕਸਟ ਹੈ ਕਥਨੀ ਉਰੀ ਅਤੇ ਕਰਨੀ ਪੂਰੀ, ਇਹ 1958 ਦੇ ਵਿੱਚ ਲਿਖੀ ਗਈ ਸੀਗੀ। ਭਾਰਤ ਤੇ ਭਰਪੂਰ ਭੰਡਾਰੇ, ਇਹ 1956 ਦੇ ਵਿੱਚ ਲਿਖੀ ਗਈ ਹੈ। ਸਰਬਲੋਹ ਦੀ ਵਹੁਟੀ ਇੱਕ ਕਹਾਣੀ ਸੰਗ੍ਰਹਿ ਹੈਗਾ। ਇਸ ਤੋਂ ਇਲਾਵਾ ਕਰਮਗੀਤ ਇਹ ਕਹਾਣੀ ਸੰਗ੍ਰਹਿ ਹੈਗਾ। ਐਂਡ ਕਮਾਲਾਂ ਦੀ ਕੋਟੀ 1970 ਦੇ ਵਿੱਚ ਲਿਖੀ ਗਈ, ਜਿਹੜੀ ਕਿ ਜੀਵਨੀ ਸਾਹਿਤ ਮੰਨੀ ਜਾਂਦੀ ਹੈਗੀ। ਓਕੇ, ਨੈਕਸਟ ਹੈਗਾ ਵਿਗਿਆਨਕ ਲੇਖ। ਸੋ ਵਿਗਿਆਨ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ, ਵਿਗਿਆਨ ਦੇ ਸਟੂਡੈਂਟ ਸੀ, ਸੋ ਇਸ ਕਰਕੇ ਵਿਗਿਆਨਕ ਲੇਖ ਵੀ ਕਾਫੀ ਸਾਰੇ ਇਹਨਾਂ ਦੇ ਦੁਆਰਾ ਲਿਖੇ ਗਏ ਆ। ਇਸ ਤੋਂ ਇਲਾਵਾ ਸਭ ਤੋਂ ਪ੍ਰਸਿੱਧ ਇਹਨਾਂ ਦੀ ਰਚਨਾ ਜਿਹੜੀ ਹੈ ਅਕਾਲੀ ਕਮਲਾ ਜਾਂ ਕਿਰਪਾਨ ਦਾ ਸੱਚਾ ਆਸ਼ਕ, ਜੋ ਕਿ 1922 ਦੇ ਵਿੱਚ ਲਿਖੀ ਗਈ ਸੀਗੀ। ਓਕੇ, ਇਸ ਤੋਂ ਇਲਾਵਾ ਕੁਝ ਪ੍ਰਮੁੱਖ ਪੁਸਤਕਾਂ ਨੇ ਜਿਨ੍ਹਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ। ਸੋ ਕੀ ਕੁਛ ਹੈ ਉਸ ਦੇ ਵਿੱਚ। ਸੋ ਪਹਿਲਾ ਹੈ ਮੌਤ ਦੀ ਰਾਣੀ ਦਾ ਘੁੰਡ। ਸੋ ਇੱਕ ਇਹ ਫਿਲਾਸਫੀਕਲ ਦਾਰਸ਼ਨਿਕ ਜਿਹੜੀ ਰਚਨਾ ਹੈ, ਯਾਨੀ ਕਿ ਜ਼ਿਆਦਾਤਰ ਇਸ ਦੇ ਵਿੱਚ ਫਿਲਾਸਫੀ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈਗਾ, ਔਰ ਇਸ ਦੇ ਵਿੱਚ ਮੌਤ ਦੇ ਆਉਣ ਵਾਲੇ ਛਿਨਾਂ, ਯਾਨੀ ਕਿ ਜਿਹੜੇ ਪਲ ਨੇ ਉਹਨਾਂ ਨੂੰ ਕਈ ਨੁਕਤਿਆਂ ਤੋਂ ਪਾਠਕਾਂ ਦੇ ਸਨਮੁਖ ਕਰਾਉਣ ਦਾ ਇਹਨਾਂ ਨੇ ਜਿਹੜਾ ਯਤਨ ਕੀਤਾ ਹੈ ਕਿ ਮੌਤ ਜਿਹੜੀ ਹੈ ਉਹ ਕਿਵੇਂ ਆਉਂਦੀ ਹੈ, ਕਿਹੋ ਜਿਹੇ ਪਲ ਹੁੰਦੇ ਹਨ। ਸੋ ਉਹਨਾਂ ਦੇ ਬਾਰੇ ਜਿਹੜਾ ਇਹਨਾਂ ਨੇ ਦੱਸਿਆ ਹੈ। ਮੌਤ ਨੂੰ ਲੈ ਕੇ ਜਿਹੜਾ ਕਹਿ ਸਕਦੇ ਹਾਂ ਫਿਲਾਸਫੀ ਉਹ ਪੇਸ਼ ਕੀਤੀ ਹੈਗੀ। ਠੀਕ ਹੈ, ਔਰ ਪੁਸਤਕ ਦੇ ਵਿੱਚ ਇਹਨਾਂ ਨੇ ਰਹੱਸ ਨੂੰ ਸਮਝਾਉਣ ਦਾ ਜਿਹੜਾ ਯਤਨ ਕੀਤਾ ਹੈ ਕਿ ਕਿਵੇਂ ਜਿਹੜਾ ਸਭ ਕੁਝ ਇਹ ਵਾਪਰਦਾ
ਹੈ ਉਸ ਤੋਂ ਇਲਾਵਾ ਜੀਵਨ ਦਾ ਅਖੀਰਲਾ ਪੜਾਅ ਮੌਤ ਜਿਹੜਾ ਇਸਨੇ ਮੰਨਿਆ ਹੈ ਔਰ ਉਸ ਨੂੰ ਕਿਵੇਂ ਪਾਰ ਕਰਨਾ ਹੈ। ਸੋ ਇਹ ਵੀ ਇਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਦੱਸਿਆ ਹੈ ਮੌਤ ਦੀ ਰਾਣੀ ਦਾ ਘੁੰਡ ਪੁਸਤਕ ਦੇ ਵਿੱਚ। ਓਕੇ, ਨੈਕਸਟ ਹੈ ਕਮਲਾ ਅਕਾਲੀ ਦੀ ਮੌਤ ਨੂੰ ਪ੍ਰਭਾਵਿਤ ਕਰਦੇ ਹੋਏ ਕਹਿੰਦੇ ਨੇ ਕਿ ਇਸ ਹੋਣੀ ਦੇ ਜਿਸ ਨੂੰ ਅਸੀਂ ਮੌਤ ਜਾਂ ਮਰਨ ਆਖਦੇ ਹਾਂ ਵਰਤ ਜਾਣ ਪਿੱਛੋਂ ਵੀ ਅਸੀਂ ਜ਼ਰੂਰ ਹੋਵਾਂਗੇ, ਕਿਉਂਕਿ ਨਾਸ਼ਵਾਨ ਜਿਹੜਾ ਹੈ ਉਹ ਕੁਝ ਨਹੀਂ ਮੰਨਿਆ ਜਾਂਦਾ। ਸੋ ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਮਰਨ ਤੋਂ ਬਾਅਦ ਵੀ ਜਿਹੜਾ ਅਸੀਂ ਮੌਜੂਦ ਹੋਵਾਂਗੇ, ਕਿਉਂਕਿ ਮਨੁੱਖ ਜਿਹੜਾ ਹੈ ਉਹ ਨਾਸ਼ਵਾਨ ਜਿਹੜਾ ਨਹੀਂ ਹੈ। ਮਨੁੱਖ ਨਹੀਂ, ਕੋਈ ਵੀ ਚੀਜ਼ ਜਿਹੜੇ ਉਹ ਕਹਿੰਦੇ ਇਹ ਨਾਸ਼ਵਾਨ ਨਹੀਂ ਮੰਨੀ ਜਾ ਸਕਦੀ ਹੈਗੀ। ਕੀ ਇਸ ਪੁਸਤਕ ਦੇ ਵਿੱਚ ਕੁੱਲ 11 ਲੇਖ ਜਿਹੜੇ ਉਹ ਲਿਖੇ ਹੋਏ ਨੇ ਜੋ ਕਿ ਮੌਤ ਦੇ ਸੰਕਲਪ ਨੂੰ, ਕਨਸੈਪਟ ਨੂੰ ਹੀ ਪ੍ਰੈਜ਼ੈਂਟ ਕਰਦੇ ਨੇ। ਸਾਰਾ ਕੁਝ ਜਿਹੜਾ ਹੈ ਉਹ ਮੌਤ ਨੂੰ ਹੀ ਪੇਸ਼ ਕਰਦਾ ਹੈ। 11 ਦੇ 11 ਲੇਖ ਜਿਹੜੇ ਹੈਗੇ ਨੇ ਪੂਰੇ ਦੇ ਪੂਰੇ ਉਹ ਸਾਰੇ ਮੌਤ ਦੇ ਉੱਪਰ ਫੋਕਸ ਕਰਦੇ ਹੈਗੇ ਨੇਗੇ। ਓਕੇ, ਕਿ ਮੌਤ ਕਿਸ ਤਰ੍ਹਾਂ ਹੈ ਜਾਂ ਕਿਸ ਤਰ੍ਹਾਂ ਦੀ ਉਸ ਦੇ ਵਿੱਚ ਨਾ ਜੋ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਗੁੱਜਾ ਭੇਦ, ਜਨਮ ਮਰਨ ਦੇ ਦੁੱਖ ਸੁੱਖ, ਦੁੱਖ, ਮੌਤ ਪਸਾਰਾ, ਆਖਰੀ ਤਿਆਰੀ ਆਦਿ ਇਹ ਸਾਰੇ ਜਿਹੜੇ ਨੇ ਇਸ ਸਾਲ ਦੇ ਕੁਝ ਅਜਿਹੇ ਲੇਖ ਹਨ ਜਿਨ੍ਹਾਂ ਦੇ ਵਿੱਚ ਮੌਤ ਦੀ ਅਟਲਤਾ, ਮੌਤ ਪ੍ਰਤੀ ਮਨੁੱਖ ਦਾ ਰਵੱਈਆ, ਕਿਰਪਾਨ ਨੂੰ ਮੌਤ ਦੀ ਕੁੰਜੀ ਆਖਣਾ, ਮੌਤ ਦੇ ਵੱਖ-ਵੱਖ ਢੰਗਾਂ ਦੇ ਨਾਲ ਕਹਿ ਸਕਦੇ ਹਨ ਢੰਗ ਜਿਹੜੇ ਹੈਗੇ ਨੇ ਮਰਨ ਦੇ, ਮੌਤ ਦੇ, ਉਹਨਾਂ ਦੇ ਵਿਸ਼ਿਆਂ ਦੇ ਉੱਪਰ ਜਿਹੜਾ ਇਹਨਾਂ ਨੇ ਵਿਸ਼ੇਸ਼ ਚਰਚਾ ਕੀਤੀ ਹੈ ਆਪਣੀਆਂ ਇਹਨਾਂ ਰਚਨਾਵਾਂ ਦੇ ਵਿੱਚ ਕਿ ਮੌਤ ਨੂੰ ਅਸੀਂ ਕਿਵੇਂ ਜਿਹੜਾ ਹੈ ਨਾ ਪ੍ਰਾਪਤ ਕਰਦੇ ਹਾਂ ਜਾਂ ਕਿਵੇਂ ਜਿਹੜਾ ਕਹਿ ਸਕਦੇ ਹਾਂ ਮੌਤ ਹੋ ਜਾਂਦੀ ਹੈ, ਕਿਹੜੇ ਮੈਥਡ ਜਿਹੜੇ ਹੈ ਉਹ ਰਹਿੰਦੇ ਹੈਗੇ ਨੇ। ਸੋ ਨੈਕਸਟ ਹੈ ਜੀਵਨ ਨੀਤੀ। ਸੋ ਜੀਵਨ ਨੀਤੀ ਪੁਸਤਕ ਜਿਹੜੀ ਹੈ ਇਹ ਇੱਕ ਸਫਲ ਜੀਵਨੀ ਸੰਬੰਧ ਲੇਖਾਂ ਦਾ ਸੰਗ੍ਰਹਿ ਮੰਨਿਆ ਜਾਂਦਾ ਹੈ, ਯਾਨੀ ਕਿ ਇੱਕ ਜੀਵਨ ਨੂੰ ਕੰਪਲੀਟ ਕਰਨ ਦੇ ਲਈ ਕੁਝ ਨੀਤੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਨੇ ਸੋ ਉਹਨਾਂ ਦੇ ਅਨੁਸਾਰ ਹੀ ਸਭ ਕੁਝ ਹੈ ਨਾ ਵਾਪਰਦਾ ਹੈ। ਸੋ ਇਸ ਦੇ ਲਈ ਇਹਨਾਂ ਨੇ ਸਫਲ ਜੀਵਨੀ ਸੰਬੰਧਾਂ ਲੇਖਾਂ ਦਾ ਜਿਹੜਾ ਇੱਕ ਸੰਗ੍ਰਹਿ ਬਣਾਇਆ ਸੀ ਔਰ ਉਸ ਦੇ ਵਿੱਚ ਕੁੱਲ ਜਿਹੜੇ ਨੇ 19 ਲੇਖ ਜਿਹੜੇ ਆ ਉਹ ਇਨਕਲੂਡ ਨੇ ਔਰ ਇਹ ਸਾਰੇ ਦੇ ਸਾਰੇ ਜਿਹੜੇ ਲੇਖ ਨੇ ਵਿਸ਼ੇਸ਼ ਤੌਰ ਦੇ ਉੱਪਰ ਅਸੀਂ ਗੱਲ ਕਰੀਏ ਤਾਂ ਯੁਵਕਾਂ ਦੇ ਲਈ ਨੇ, ਜਵਾਨ ਵਿਅਕਤੀਆਂ ਦੇ ਲਈ ਹੈਗੇ ਨੇ ਕਿ ਠੀਕ ਹੈ। ਇਸ ਪੁਸਤਕ ਦੇ ਵਿੱਚ ਉਹਨਾਂ ਨੇ ਵਿਅਕਤੀ ਦੇ ਕਾਰਨਾਮਿਆਂ, ਉਹਨਾਂ ਦੇ ਘਟਨਾਵਾਂ ਦਾ ਵਰਣਨ ਕੀਤਾ ਹੈ ਅਤੇ ਮਨੁੱਖ ਨੂੰ ਅੰਧ ਵਿਸ਼ਵਾਸਾਂ ਦੇ ਵਿੱਚੋਂ ਕੱਢ ਕੇ ਵਿਚਾਰਨਵਾਰ ਜਾਂ ਜ਼ਿੰਦਗੀ ਦੇ ਅਹਿਮ ਫੈਸਲੇ ਆਪ ਕਰਨ ਦੇ ਯੋਗ ਬਣਾਉਣ ਦਾ ਜਿਹੜਾ ਇਹਨਾਂ ਦੇ ਦੁਆਰਾ ਯਤਨ ਕੀਤਾ ਗਿਆ ਹੈਗਾ ਠੀਕ ਹੈ। ਸੋ ਇਸ ਦੇ ਵਿੱਚ ਕੁਝ ਲੇਖ ਜਿਹੜੇ ਹੈ ਉਹ ਪ੍ਰਮੁੱਖ ਨੇਗੇ। ਸੋ ਪਹਿਲਾ ਹੈ ਛੋਟੀਆਂ ਗੱਲਾਂ। ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਮਨੁੱਖੀ ਇਤਿਹਾਸ ਦੀ ਗੱਲ ਵਿੱਚ ਕਰੀਏ ਤਾਂ ਵੱਡੀਆਂ ਗੱਲਾਂ ਦੇ ਵਾਪਰਨ ਦੇ ਛੋਟੇ ਕਾਰਨਾਂ ਉੱਤੇ ਝਾਤ ਪਵਾਈ ਗਈ ਹੈ। ਮੀਨਸ ਕਿ ਜਿਹੜੇ ਵੱਡੇ ਨਤੀਜੇ ਨਿਕਲਦੇ ਨੇ ਜਾਂ ਵੱਡੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਛੋਟੇ ਜਿਹੜੇ ਕਾਰਨ ਹੁੰਦੇ ਨੇ ਉਹੀ ਰਿਸਪੌਂਸੀਬਲ ਹੁੰਦੇ ਨੇ, ਜਿਹਦੇ ਕਾਰਨ ਕਰਕੇ ਬਈ ਕਈ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਕਹਿ ਸਕਦੇ ਹਾਂ ਵੱਡੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹੈਗੀਆਂ ਨੇ ਠੀਕ ਹੈ। ਸੋ ਇਹਨਾਂ ਦੇ ਬਾਰੇ ਇਹਨਾਂ ਨੇ ਛੋਟੀਆਂ ਗੱਲਾਂ ਦੇ ਵਿੱਚ ਗੱਲ ਕੀਤੀ ਹੈ ਕਿ ਛੋਟੀਆਂ ਗੱਲਾਂ ਦੇ ਉੱਪਰ ਫੋਕਸ ਕਰਨਾ ਚਾਹੀਦਾ, ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸਾਨੂੰ ਹੈ ਨਾ ਉਸ ਤਰ੍ਹਾਂ ਦਾ ਜਿਹੜਾ ਮੈਟਰ ਉਹ ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਹੈ ਵਕਤ ਦੀ ਕਦਰ। ਵਕਤ ਮਤਲਬ ਸਮੇਂ ਦੀ ਕਦਰ ਹੈ ਨਾ। ਸੋ ਇਹਨਾਂ ਨੇ ਗੱਲ ਕੀਤੀ ਹੈ ਕਿ ਸਮਾਂ ਜਿਹੜਾ ਹੈ ਉਹ ਆਰੁਕ ਹੈ, ਯਾਨੀ ਕਿ ਰੋਕਿਆ ਨਹੀਂ ਜਾ ਸਕਦਾ, ਇਹ ਚੱਲਦਾ ਹੀ ਰਹੇਗਾ। ਸੋ ਇਸ ਲਈ ਸਾਨੂੰ ਜਿਹੜਾ ਹੈ ਨਾ ਸਮੇਂ ਦੀ ਪੂਰੀ ਜਿਹੜੀ ਹੈ ਵਰਤੋਂ ਕਰਨੀ ਚਾਹੀਦੀ ਹੈ। ਬਿਨਾਂ ਸਮੇਂ ਦੀ ਪਾਲਣਾ ਕੀਤੇ ਅਸੀਂ ਜਿਹੜਾ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ। ਸੋ ਇਸ ਲਈ ਸਾਨੂੰ ਹਰ ਸਮੇਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸਮੇਂ ਨੂੰ ਪੂਰਾ ਮੈਨੇਜ ਕਰਕੇ ਉਹਦੇ ਅਕੋਰਡਿੰਗ ਹੀ ਆਪਣੇ ਸਾਰੇ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਵਕਤ ਦੀ ਕਦਰ ਕਰਕੇ ਅਸੀਂ ਆਪਣੇ ਆਪ ਨੂੰ ਸਕਸੈਸਫੁਲ ਕਰੀਏ, ਕਿਉਂਕਿ ਜਿਹੜਾ ਵਿਅਕਤੀ ਸਮੇਂ ਦੀ ਕਦਰ ਕਰਦਾ ਹੈ ਸੋ ਉਹੀ ਕਹਿ ਸਕਦੇ ਹਾਂ ਜਾਂ ਸਮਾਂ ਹੀ ਉਹਨਾਂ ਦੀ ਕਦਰ ਕਰਦਾ ਹੈ। ਨੈਕਸਟ ਹੈ ਤੀਸਰੀ ਮਨੁੱਖੀ ਸਰੀਰ। ਇਸ ਦੇ ਵਿੱਚ ਸਰੀਰ ਦੀਆਂ ਬਾਹਰਲੀਆਂ ਅਤੇ ਅੰਦਰਲੀਆਂ ਸਫਾਈਆਂ ਦਾ ਉਪਦੇਸ਼ ਦਿੰਦਿਆਂ ਕੁੱਤਿਆਂ, ਬਿੱਲਿਆਂ, ਪੰਛੀਆਂ ਅਤੇ ਜਾਨਵਰਾਂ ਦੀ ਸਫਾਈ ਦੇ ਵੀ ਕਈ ਢੰਗ ਜਿਹੜੇ ਆ ਉਹ ਇਸ ਪੁਸਤਕ ਦੇ ਵਿੱਚ ਜ਼ਿਕਰ ਕੀਤੇ ਗਏ ਨੇ। ਸੋ ਇਸ ਤੋਂ ਇਲਾਵਾ ਲੇਖ ਦੇ ਵਿੱਚ ਆਪਣੇ ਸਰੀਰ ਅਤੇ ਦਿਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦਾ ਜਿਹੜਾ ਸੰਦੇਸ਼ ਹੈ ਉਹ ਦਿੱਤਾ ਗਿਆ ਹੈ। ਸਪੈਸ਼ਲੀ ਗੱਲ ਕੀਤੀ ਹੈ ਸਾਫ਼ ਸਫਾਈ ਨੂੰ ਲੈ ਕੇ, ਮਨੁੱਖ ਦੀ ਵੀ ਔਰ ਇਸ ਤੋਂ ਇਲਾਵਾ ਜੀਵ ਜੰਤੂ ਜਿੰਨੇ ਵੀ ਹੈਗੇ ਸੋ ਉਹਨਾਂ ਦੀ ਗੱਲ ਵੀ ਕੀਤੀ ਹੈ ਕਿ ਕਿਵੇਂ ਉਹਨਾਂ ਦੀ ਸਾਂਭ ਸੰਭਾਲ ਜਾਂ ਸਾਫ਼ ਸਫਾਈ ਅਸੀਂ ਕਰ ਸਕਦੇ ਹੈਗੇ ਠੀਕ ਹੈ। ਸੋ ਇਹ ਵੀ ਉਸ ਦੇ ਵਿੱਚ ਆ ਜਾਂਦਾ ਹੈ। ਤੀਸਰਾ ਹੈ ਗੁਣ ਗੁਣਨ। ਸੋ ਇਸ ਦੇ ਵਿੱਚ ਮਨੁੱਖ ਦੀ ਸ਼ਖਸੀਅਤ ਦੇ ਚੰਗੇ ਸਕੂਲਾਂ ਕਾਲਜਾਂ ਦੇ ਵਿੱਚ ਵਿੱਦਿਆ ਦੇ ਦੁਆਰਾ ਮੁੱਢ ਤੋਂ ਲੈ ਕੇ ਯੁਵਾ ਅਵਸਥਾ ਤੱਕ ਵਧੀਆਂ ਯੁਕਤਾਂ ਦੇ ਨਾਲ ਘੜਨ ਦੀਆਂ ਗੱਲਾਂ ਜਿਹੜੀਆਂ ਉਹ ਸਮਝਾਈਆਂ ਗਈਆਂ ਨੇ ਕਿ ਪੜ੍ਹਨ ਦੀਆਂ ਜਿਹੜੀਆਂ ਗੱਲਾਂ ਸਮਝਾਈਆਂ ਗਈਆਂ ਨੇ ਕਿ ਇੱਕ ਸਕੂਲ ਜਾਂ ਕਾਲਜ ਜਿਹੜਾ ਹੈ ਉਹ ਕਿਵੇਂ ਇੱਕ ਬੱਚੇ ਦੇ ਜੀਵਨ ਦੇ ਵਿੱਚ ਪਰਿਵਰਤਨ ਕਰ ਸਕਦਾ ਹੈ, ਕਿੰਨਾ ਕੁਝ ਜਿਹੜਾ ਉਸ ਨੂੰ ਸਿਖਾ ਸਕਦਾ ਹੈ, ਉਸ ਦਾ ਚਰਿੱਤਰ ਵੀ ਬਣਾ ਸਕਦਾ ਹੈ, ਉਸ ਦੀ ਪਰਸਨੈਲਿਟੀ ਵੀ ਬਣਾ ਸਕਦਾ ਹੈ, ਉਸ ਨੂੰ ਇੱਕ ਚੰਗਾ ਇਨਸਾਨ ਵੀ ਜਿਹੜਾ ਹੈ ਉਹ ਬਣਾ ਸਕਦਾ ਹੈ। ਨੈਕਸਟ ਹੈ ਪੈਰ ਦੀ ਜੁੱਤੀ। ਇਸ ਲੇਖ ਦੇ ਵਿੱਚ ਇਹਨਾਂ ਨੇ ਹਿੰਦੁਸਤਾਨ ਦੇ ਬਹੁਤ ਸਾਰੇ ਜਾਂ ਵੱਖ-ਵੱਖ ਸ਼ਹਿਰਾਂ ਅਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਜੁੱਤੀ ਦੇ ਪਹਿਨਣ ਦੇ ਰਿਵਾਜ਼ ਦੇ ਉੱਪਰ ਜਿਹੜਾ ਚੰਨ ਪਿਆ ਹੈ ਕਿ ਜੁੱਤੀ ਜਿਹੜੀ ਹੈ ਕਿਵੇਂ ਪਹਿਨਦੇ ਹੈਗੇ ਨੇ ਠੀਕ ਹੈ, ਜਾਂ ਕਿਸ ਟਾਈਪ ਦੀ ਜਿਹੜੀ ਉਹ ਜੁੱਤੀ ਪਹਿਨਦੇ ਇਹਦੇ ਉੱਪਰ ਵਿਸ਼ੇਸ਼ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸੇ ਪੁਸਤਕ ਦੇ ਵਿੱਚ ਉਹਨਾਂ ਨੇ ਜੁੱਤੀ ਖਰੀਦਣ ਲੱਗਿਆ
ਸਰਫਾ ਨਾ ਕਰਨਾ, ਮਤਲਬ ਕੰਜੂਸੀ ਜਿਹੜੀ ਆ ਉਹ ਨਾ ਕਰਨਾ। ਇਸ ਤੋਂ ਇਲਾਵਾ ਸੂਟਾਂ ਦੀ ਸਜਾਵਟ ਨੂੰ ਵਧਾਉਣ ਦੇ ਲਈ ਵਧੀਆ ਜੁੱਤੀ ਦੀ ਚੋਣ ਕਰਨ ਦੀ ਸਲਾਹ ਵੀ ਉਹ ਇਸ ਪੁਸਤਕ ਦੇ ਵਿੱਚ ਦਿੱਤੀ ਗਈ ਹੈ। ਇਸ ਵਿਸ਼ੇ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਸਦਾਚਾਰਕ ਤੇ ਸੁਹਜਾਤਮਕ ਆਦਿ ਪੱਖਾਂ ਤੋਂ ਜਿਹੜਾ ਅਸੀਂ ਦੇਖ ਸਕਦੇ ਹਾਂ, ਕਿਉਂਕਿ ਇਹ ਸਾਰੇ ਹੀ ਪੇਸ਼ ਕਰਦੇ ਨੇ, ਆਰਥਿਕ ਪੱਖ ਤੋਂ ਵੀ, ਸਮਾਜਿਕ ਪੱਖ ਤੋਂ ਵੀ, ਸੱਭਿਆਚਾਰਕ ਤੋਂ ਵੀ ਅਤੇ ਸਦਾਚਾਰਕ ਤੋਂ ਵੀ। ਓਕੇ, ਨੈਕਸਟ ਹੈ ਭੇਡ ਚਾਲ। ਸੋ ਭੇਡ ਚਾਲ ਪੁਸਤਕ ਦੇ ਰਚਨਾ ਦੇ ਵਿੱਚ ਉਹਨਾਂ ਨੇ ਯੂਰਪ ਆਦਿ ਦੇ ਲੋਕਾਂ ਦੀ ਜਿਹੜੀ ਫੈਸ਼ਨ ਪ੍ਰਸਤੀ ਹੈ, ਉਹਨਾਂ ਦੇ ਵਿੱਚੋਂ ਫੈਸ਼ਨ ਪ੍ਰਚਲਿਤ ਹੈ, ਸੋ ਉਹਨਾਂ ਨੂੰ ਆਧਾਰ ਬਣਾ ਕੇ ਭਾਰਤੀ ਲੋਕਾਂ ਦੇ ਦੁਆਰਾ ਜਾਂ ਕਿਸੇ ਹੋਰ ਕੰਟਰੀ ਦੇ ਦੁਆਰਾ ਜੋ ਪਿਛਲਗੂ ਜਿਹੜਾ ਕਹਿ ਸਕਦੇ ਹਨ ਆਈਡੀਆ ਅਪਣਾਏ ਜਾਂਦੇ ਨੇ, ਯਾਨੀ ਕਿ ਲੋਕਾਂ ਦੀ ਜਿਹੜੀ ਕਾਪੀ ਕਰਦੇ ਨੇ ਯੂਰਪੀਅਨ ਦੀ, ਸੋ ਉਹ ਕਹਿੰਦੇ ਇਹ ਅੱਛੀ ਨਹੀਂ ਹੈਗੀ ਗੀ। ਸੋ ਆਪਣੇ ਆਪਣੇ ਸੱਭਿਆਚਾਰ ਦੇ ਵਿੱਚ ਜਿਹੜਾ ਰਹਿਣਾ ਚਾਹੀਦਾ ਹਰ ਪੱਖ ਤੋਂ, ਹੈ ਨਾ, ਉਸੇ ਤਰੀਕੇ ਦੇ ਨਾਲ ਮਜ਼ਬੂਤ, ਸਾਨੂੰ ਪਿੱਛੋਂ ਲੱਗੇ ਜਿਹੜਾ ਉਹ ਕਹਿੰਦੇ ਨਹੀਂ ਹੈ ਨਾ ਹੋਣਾ ਚਾਹੀਦਾ, ਮਤਲਬ ਕਿ ਕਿਸੇ ਪਿੱਛੇ ਜਿਹੜਾ ਨਹੀਂ ਲੱਗਣਾ ਚਾਹੀਦਾ। ਜਿਵੇਂ ਅਸੀਂ ਫੋਰਨ ਦੇ ਜਾਂ ਕਹਿ ਸਕਦੇ ਹਾਂ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਫੈਸ਼ਨ ਪ੍ਰਸਤੀ ਨੂੰ ਅਪਣਾ ਰਹੇ ਹੈਗੇ ਆ, ਉਸ ਬਾਰੇ ਵਿਸ਼ੇਸ਼ ਤੌਰ ਦੇ ਉਪਦੇਸ਼ ਦੇ ਵਿੱਚ ਜ਼ਿਕਰ ਸੀਗਾ। ਨੈਕਸਟ ਹੈ ਕੀ ਪੜ੍ਹਾਈਏ। ਇਸ ਲੇਖ ਦੇ ਵਿੱਚ ਪੁਸਤਕ ਨੂੰ ਮਨੁੱਖਾਂ ਦੇ ਸਾਥੀ ਆਖਦੇ ਹੋਏ ਕਹਿੰਦੇ ਨੇ ਕਿ ਚੰਗੀਆਂ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ ਜਾਈ ਹੈ, ਕਿ ਅੱਛੀਆਂ ਪੁਸਤਕਾਂ ਜਿਹੜੀਆਂ ਉਹ ਮਨੁੱਖ ਨੂੰ ਪੜ੍ਹਨੀਆਂ ਚਾਹੀਦੀਆਂ ਨੇ, ਚਾਹੇ ਉਹ ਸਾਹਿਤ ਪੱਖੋਂ ਹੋਣ, ਚਾਹੇ ਉਹਨਾਂ ਦੀ ਨੌਲੇਜ ਦੇ ਪੱਖੋਂ ਲਈ ਜ਼ਰੂਰੀ ਹੋਣ। ਅਸੀਂ ਉਹ ਪੁਸਤਕਾਂ ਪੜ੍ਹ ਕੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਕਾਮਯਾਬ ਹੋ ਸਕਦੇ ਹਾਂ। ਅੱਛੀਆਂ ਪੁਸਤਕਾਂ ਪੜ੍ਹਨਾ ਸਾਡੇ ਲਈ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ, ਉਹ ਉਹਨਾਂ ਦੇ ਦੁਆਰਾ ਦੱਸਿਆ ਗਿਆ ਹੈਗਾ। ਠੀਕ ਹੈ, ਨੈਕਸਟ ਹੈ 8ਵਾਂ ਆਚਰਣ। ਇਸ ਦੇ ਵਿੱਚ ਉਹਨਾਂ ਨੇ ਮਨੁੱਖ ਨੂੰ ਉੱਚੇ ਆਚਰਣ ਦੇ ਲਈ ਕੋਈ ਨਿਸ਼ਾਨਾ ਜਾਂ ਸੇਧ ਮਿੱਥਣਾ ਜਿਹੜਾ ਉਹ ਜ਼ਰੂਰੀ ਦੱਸਿਆ ਹੈ, ਕਿ ਕੋਈ ਨਾ ਕੋਈ ਉਹ ਨਿਸ਼ਾਨਾ ਜਾਂ ਸੇਧ ਜ਼ਰੂਰ ਮਿੱਥੇ ਜਿਹਦੇ ਆਧਾਰ ਦੇ ਉੱਪਰ ਉਹ ਆਪਣੇ ਆਚਰਣ ਨੂੰ ਜਿਹੜਾ ਹੈ ਉਹ ਸੁਧਾਰ ਸਕੇ, ਕਿਉਂਕਿ ਉੱਚਾ ਆਚਰਣ ਤਦ ਹੀ ਸਕਦਾ ਜਦੋਂ ਉਸ ਦਾ ਕੋਈ ਜਿਹੜਾ ਏਮ ਹੋਵੇਗਾ। ਜਦ ਤੱਕ ਉਸ ਦਾ ਕੋਈ ਏਮ ਨਹੀਂ ਹੋਵੇਗਾ, ਉਹ ਕਿਹੋ ਜਿਹੇ ਵੀ ਕਰੈਕਟਰ ਦਾ ਹੋਵੇ ਕਿਸੇ ਨੂੰ ਵੀ ਫਰਕ ਨਹੀਂ ਪੈਂਦਾ। ਬਟ ਜਦੋਂ ਕਿਸੇ ਵਿਸ਼ੇਸ਼ ਟਾਈਪ ਦੀ ਕਹਿ ਸਕਦੇ ਹੈਗੇ ਆਂਗੇ ਕੋਈ ਟੀਚਾ ਮਿੱਥ ਲੈਂਦੇ ਹਨ, ਏਮ ਮਿੱਥ ਲੈਂਦੇ ਹਨ, ਤਾਂ ਜ਼ਰੂਰੀ ਹੈ ਕਿ ਉੱਥੇ ਬੰਦਾ ਆਪਣੇ ਆਚਰਣ ਬਾਰੇ ਵੀ ਜਿਹੜਾ ਜ਼ਰੂਰ ਉਹ ਧਿਆਨ ਰੱਖਦਾ ਹੈ। ਓਕੇ, ਨੈਕਸਟ ਹੈ ਆਸ਼ਕ ਤੇ ਮਸ਼ੂਕ। ਇੱਥੇ ਗੱਲ ਕੀਤੀ ਹੈ ਇਹਨਾਂ ਨੇ ਇਸ ਲੇਖ ਦੇ ਵਿੱਚ ਰੱਬ ਨੂੰ ਅਤੇ ਇਸ਼ਕ ਨੂੰ ਪਾਉਣ ਦੀਆਂ ਗੱਲਾਂ ਜਿਹੜੀਆਂ ਹੈ ਉਹਨਾਂ ਦੇ ਉੱਪਰ ਗੱਲ ਕੀਤੀ ਹੈ, ਕਿ ਕਿਵੇਂ ਅਸੀਂ ਜਿਹੜਾ ਰੱਬ ਨੂੰ ਉਹ ਪਾ ਸਕਦੇ ਹਾਂ, ਇਸ ਤੋਂ ਇਲਾਵਾ ਇਸ਼ਕ ਨੂੰ ਕਿਸ ਤਰੀਕੇ ਦੇ ਨਾਲ ਪਾ ਸਕਦੇ ਹਾਂ, ਉਹ ਵੀ ਇਸ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਇਸ ਪੁਸਤਕ ਦੇ ਵਿੱਚ, ਇਸ ਲੇਖ ਦੇ ਵਿੱਚ ਧਰਮ ਦੇ ਨਾਂ ਦੇ ਉੱਪਰ ਬੇਅੰਤ ਅਧਰਮ ਹੁੰਦਾ ਹੋਇਆ, ਇਸ ਤੋਂ ਇਲਾਵਾ ਬੇਅੰਤ ਜ਼ੁਲਮ ਹੁੰਦੇ ਹੋਏ, ਬੇਅੰਤ ਯੁੱਧ ਹੁੰਦੇ ਹੋਏ, ਬੇਅੰਤ ਖੂਨ ਖਰਾਬਾ ਹੁੰਦਾ ਹੋਇਆ, ਇਹਨਾਂ ਸਾਰਿਆਂ ਦੇ ਉੱਪਰ ਰੋਸ਼ਨੀ ਪਾਈ ਹੈ ਕਿ ਧਰਮ ਜਿਹੜਾ ਹੈ ਉਹ ਕਿਵੇਂ ਅਧਰਮ ਹੁੰਦਾ ਹੈ, ਕਿਵੇਂ ਉਹ ਲੋਕਾਂ ਦੇ ਉੱਪਰ ਕਹਿ ਸਕਦੇ ਹਾਂ ਜ਼ੁਲਮ ਕਰਦਾ ਹੈ, ਕਿਵੇਂ ਯੁੱਧ ਕਰਵਾਉਂਦਾ ਹੈ ਅਤੇ ਕਿਵੇਂ ਖੂਨ ਖਰਾਬਾ ਜਿਹੜਾ ਵਾਪਰਦਾ ਹੈ। ਸੋ ਇਸ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਉਹਨਾਂ ਨੇ ਆਸ਼ਕ ਮਸ਼ੂਕ ਦੇ ਵਿੱਚ ਜ਼ਿਕਰ ਕੀਤਾ ਹੈ। ਨੈਕਸਟ ਹੈ ਅੰਦਰ ਝਾਤੀਆਂ। ਇਸ ਲੇਖ ਦੇ ਵਿੱਚ ਮਨੁੱਖ ਨੂੰ ਆਪਣੇ ਅੰਦਰ ਝਾਕਣ ਦੀ ਜਿਹੜੀ ਪ੍ਰੇਰਨਾ ਦਿੱਤੀ ਗਈ ਹੈ, ਔਰ ਇਹ ਵੀ ਦੱਸਿਆ ਗਿਆ ਹੈ ਕਿ ਉਸ ਵਿਅਕਤੀ ਨੂੰ ਗੁੱਸੇ ਨੂੰ ਤਿਆਗ ਦੇਣਾ ਚਾਹੀਦਾ ਹੈ, ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਸਮੂਥ ਕਰ ਸਕਦਾ ਹੈ, ਕਿਉਂਕਿ ਜੇਕਰ ਉਸ ਨੂੰ ਗੁੱਸਾ ਆਉਂਦਾ ਹੈ ਜਾਂ ਬਹੁਤ ਜ਼ਿਆਦਾ ਜੋਸ਼ ਆਉਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਹਾਂ ਉਹਦੀ ਕਮਜ਼ੋਰੀ ਦਾ ਇੱਕ ਕਾਰਨ ਬਣ ਸਕਦਾ ਹੈ, ਜਿਹਦੇ ਨਾਲ ਭਵਿੱਖ ਦੇ ਵਿੱਚ ਹੋ ਸਕਦਾ ਹੈ ਕਿ ਉਸ ਨੂੰ ਬਹੁਤ ਸਾਰੇ ਜਿਹੜੇ ਨੁਕਸਾਨ ਹੈ ਉਸ ਦੇ ਭੁਗਤਣੇ ਪੈ ਜਾਣ। ਠੀਕ ਹੈ, ਸੋ ਇਸ ਦੇ ਵਿੱਚ ਇਹਨਾਂ ਦੱਸਿਆ ਕਿ ਮਨੁੱਖ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ। ਨੈਕਸਟ ਹੈ ਖਿੜੇ ਮੱਥੇ। ਇਸ ਲੇਖ ਦੇ ਵਿੱਚ ਇਸ ਭਰੇ ਮੇਲੇ ਭਾਵ ਦੁਨੀਆ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਵਿਚਰਨ ਸਮੇਂ ਡੂੰਘੀ ਫਿਲਾਸਫੀ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਲੇਖ ਦੇ ਰਾਹੀਂ ਇਹ ਦੱਸਿਆ ਹੈ ਕਿ ਦੁੱਖਾਂ ਕਰਕੇ ਹਰਖ ਕਰਨਾ ਜਾਂ ਦੁੱਖਾਂ ਕਰਕੇ ਸੋਗ ਕਰਨਾ ਠੀਕ ਨਹੀਂ ਹੈ, ਕਿਉਂਕਿ ਇਹ ਜ਼ਿੰਦਗੀ ਦੇ ਲਈ ਜਿਹੜਾ ਕਹਿ ਸਕਦੇ ਹਾਂ ਨੁਕਸਾਨਦਾਇਕ ਹੈ, ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਹੈ ਉਹ ਡਿਸਟਰਬ ਹੁੰਦਾ ਹੈ। ਖਾਸ ਤੌਰ ਦੇ ਉੱਪਰ ਅਸੀਂ ਪ੍ਰੈਜ਼ੈਂਟ ਦੇ ਵਿੱਚ ਵੀ ਨੇ, ਬਟ ਫਿਊਚਰ ਦੇ ਵੀ ਫਿਊਚਰ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਉਸ ਤੋਂ ਡਿਸਟਰੈਕਟ ਹੁੰਦੇ ਹੈਗੇ। ਨੈਕਸਟ ਹੈ ਤੀਵੀਂ ਮਾਨੀ। ਸੋ ਇਸ ਦੇ ਵਿੱਚ ਕਮਲਾ ਅਕਾਲੀ ਨੇ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਚੁੱਕ ਕੇ ਜਾਗਰਤੀ ਲਿਆਉਣ ਦਾ ਜਿਹੜਾ ਯਤਨ ਕੀਤਾ ਹੈ, ਤਾਂ ਕਿ ਇਸਤਰੀਆਂ ਨੂੰ ਜਿਹੜਾ ਹੈ ਉਹ ਮਰਦਾਂ ਦੇ ਬਰਾਬਰ ਕੀਤਾ ਜਾ ਸਕੇ, ਤਾਂ ਕਿ ਉਹ ਬਰਾਬਰ ਦੀ ਯੋਗਤਾ ਰੱਖ ਸਕਣ ਅਤੇ ਉਸ ਨੂੰ ਸਹਿਯੋਗ ਜਿਹੜਾ ਉਹ ਦੇ ਸਕਣ। ਨੈਕਸਟ ਹੈ 13 ਨੰਬਰ ਜੀਵਨ ਦੀਆਂ ਜੜ੍ਹਾਂ। ਸੋ ਇਸ ਦੇ ਵਿੱਚ ਇਹਨਾਂ ਨੇ ਦੁੱਖ ਕਲੇਸ਼ਾਂ ਦੀ ਜਿਹੜੀ ਜੜ ਹੈ ਉਹ ਵੀ ਸਾਡੀ ਸੋਚਣੀ ਨੂੰ ਹੀ ਦੱਸਿਆ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਉਸੇ ਤਰੀਕੇ ਦੇ ਨਾਲ ਹੀ ਸਾਡੇ ਨਾਲ ਜਿਹੜਾ ਹੈ ਉਹ ਵਾਪਰਦਾ ਹੈ। ਸੋ ਇਸ ਕਰਕੇ ਇਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਦੁੱਖ ਕਲੇਸ਼ਾਂ ਤੋਂ ਛੁਟਕਾਰਾ ਪਾਉਣੇ ਹਾਂ ਤਾਂ ਇਸ ਦੇ ਲਈ ਸਾਡੀ ਸੋਚਣੀ ਨੂੰ ਜਿਹੜਾ ਹੈ ਉਹ ਠੀਕ ਕਰਨਾ ਪਵੇਗਾ। ਇਹਦੇ ਆਧਾਰ ਦੇ ਉੱਪਰ ਹੀ ਅਸੀਂ ਜਿਹੜਾ ਕਹਿ ਸਕਦੇ ਹਾਂ ਬਚਤ ਕਰ ਸਕਦੇ ਹੈਗੇ ਆਪਣੀ, ਠੀਕ ਹੈ, ਲੜਾਈ ਝਗੜੇ ਤੋਂ। ਨੈਕਸਟ ਹੈ 14 ਨੰਬਰ ਕਿਰਤ ਅਤੇ ਕਿਰਤੀ। ਸੋ ਇਸ ਲੇਖ ਦੇ ਵਿੱਚ ਇਹਨਾਂ ਨੇ ਹੱਥੀਂ ਕਿਰਤ ਕਰਨ ਵਾਲਿਆਂ ਦੀ ਸਾਦਗੀ ਦੇ ਨਾਲ ਜੀਵਨ ਜਿਉਣ ਵਾਲੇ ਮਨੁੱਖਾਂ ਦਾ ਟਾਕਰਾ ਉਹਨਾਂ ਵਿਅਕਤੀਆਂ ਦੇ ਨਾਲ ਕੀਤਾ ਹੈ ਜੋ 36 ਪ੍ਰਕਾਰ ਦੇ ਭੋਜਨ ਜਾਂ ਪਕਵਾਨ ਖਾ ਕੇ ਵੀ ਜਿਹੜਾ ਨਹੀਂ ਰੱਜਦੇ, ਯਾਨੀ ਕਿ ਲੀਡਰਾਂ ਦੀ ਆਪਾਂ ਗੱਲ ਕਰੀਏ ਸਪੈਸ਼ਲੀ ਉਹਨਾਂ 'ਤੇ ਕੀਤਾ ਹੈ, ਕਿਉਂਕਿ ਉਹ 36 ਪਕਵਾਨ ਖਾ ਕੇ ਵੀ ਜਿਹੜਾ ਨਹੀਂ ਰੱਜਦੇ। ਸੋ ਹਰ ਵਕਤ ਉਹਨਾਂ ਦੇ ਦਿਮਾਗ 'ਚ ਰਹਿੰਦਾ ਕਿ ਕਿਸੇ ਨਾ ਕਿਸੇ ਤਰੀਕੇ ਦਾ ਨਾ ਪੈਸਾ
ਹੋਰ ਇਕੱਠਾ ਹੁੰਦਾ ਰਹੇ। ਬਟ ਇੱਕ ਵਿਅਕਤੀ ਜਿਹੜਾ ਹੱਥੀਂ ਕਿਰਤ ਕਰਦਾ ਹੈ ਸੋ ਆਪਣੀ ਉਹ ਜ਼ਿੰਦਗੀ ਦੇ ਵਿੱਚ ਸਿਰਫ ਫੂਡ ਤੱਕ ਹੀ ਸਹਿਮਤ ਰਹਿੰਦਾ ਹੈ, ਫਿਰ ਵੀ ਜਿਹੜਾ ਕਿਸੇ ਤਰੀਕੇ ਦਾ ਹੈ ਨਾ ਕੋਈ ਉਹ ਕਹਿ ਸਕਦੇ ਹੰਕਾਰ ਨਹੀਂ ਕਰਦਾ ਔਰ ਇਸ ਤੋਂ ਇਲਾਵਾ ਇਕੱਠਾ ਨਹੀਂ ਕਰਦਾ ਹੈ, ਸਿਰਫ ਰੋਟੀ ਤੱਕ ਉਸ ਨੂੰ ਜਿਹੜਾ ਸਾਦਗੀ ਵਾਲਾ ਜਿਹੜਾ ਉਹ ਜੀਵਨ ਬਤੀਤ ਕਰਦਾ ਹੈ। ਨੈਕਸਟ ਹੈ ਸੁਲੱਖਣ ਅਤੇ ਮਿੱਠਤ। ਸੋ ਨਿਬੰਧ ਦੇ ਵਿੱਚ ਇਹਨੇ ਗੱਲ ਕੀਤੀ ਹੈ ਕਿ ਮਰਦਾਂ ਦੇ ਉੱਠਣ ਬੈਠਣ ਦਾ ਸਲੀਕਾ, ਬੋਲਚਾਲ ਦੇ ਵਿੱਚ ਮਲੀਨ ਨਵੇਂ ਸ਼ਬਦਾਂ ਦਾ ਉਪਯੋਗ ਨਾ ਕਰਨਾ ਅਤੇ ਅਨੁਸ਼ਾਸਨ ਦੀਆਂ ਗੱਲਾਂ ਨੂੰ ਸਮਝਾਇਆ ਗਿਆ ਹੈ ਕਿ ਕਿਵੇਂ ਅਸੀਂ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾ ਕੇ ਜਦੋਂ ਬੈਠ ਉੱਠਣ ਕਰਦੇ ਹਾਂ, ਯਾਨੀ ਕਿ ਇੱਕ ਦੂਸਰੇ ਕੋਲੇ ਜਾਂ ਇੱਕ ਦੂਸਰੇ ਦੇ ਘਰ ਜਾਂਦੇ ਹਾਂ ਤਾਂ ਸਾਡਾ ਉੱਥੇ ਲਹਿਜਾ ਜਿਹੜਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਡੀ ਬੋਲਚਾਲ ਜਿਹੜੀ ਉਹ ਮਿੱਠਤ ਭਰੀ ਹੋਣੀ ਚਾਹੀਦੀ ਹੈ। ਸਾਨੂੰ ਕਿਸੇ ਤਰ੍ਹਾਂ ਦੇ ਕੋਈ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਹਨ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦੇ ਹੋਣ। ਸੋ ਇਸ ਦੇ ਨਾਲ ਜਿਹੜਾ ਹੈ ਨਾ ਕਹਿ ਸਕਦੇ ਹਾਂ ਇੱਕ ਅੱਛੀ ਸੁਸਾਇਟੀ ਦੀ ਰਚਨਾ ਜਿਹੜੀ ਆ ਉਹ ਨਹੀਂ ਹੋ ਪਾਉਂਦੀ ਹੈਗੀ। ਸੋ ਇਸ ਲਈ ਇਹਨਾਂ ਨੇ ਨਾ ਗੱਲ ਕੀਤੀ ਹੈ ਕਿ ਜ਼ਰੂਰੀ ਹੈ ਕਿ ਸਾਨੂੰ ਮਿੱਠਤ ਦੇ ਨਾਲ ਜਿਹੜਾ ਹੈ ਉਹ ਪੇਸ਼ ਹੋਣਾ ਪਊਗਾ। ਨੈਕਸਟ ਹੈ ਦੇਸ਼ ਪ੍ਰਦੇਸ਼। ਇਸ ਦੇ ਵਿੱਚ ਇਹਨਾਂ ਨੇ ਪਤੀ ਅਤੇ ਉਸ ਦੀ ਵਿਯੋਗਨ ਦੀ ਮਨੋ ਅਵਸਥਾ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਹੈ ਕਿ ਕਿਵੇਂ ਜਿਹੜਾ ਹੈ ਪਰਦੇਸੀ ਦੀ ਜਿਹੜੀ ਪਤਨੀ ਹੈ ਉਸ ਦੀ ਵੇਟ ਕਰਦੀ ਹੈ, ਉਸ ਤੋਂ ਬਿਨਾਂ ਕਿਵੇਂ ਇਕੱਲੀ ਰਹਿ ਜਾਂਦੀ ਹੈ ਨਾ। ਸੋ ਉਸ ਦਾ ਜਿਹੜਾ ਉਹਨਾਂ ਨੇ ਮਨੋਵਿਗਿਆਨਿਕ ਫੈਕਟਰ ਜਿਹੜਾ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਨੈਕਸਟ ਹੈ ਖੁਸ਼ੀ ਕੇ ਭੁਲੇਖਾ। ਸੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਖੁਸ਼ੀ ਕੇ ਭੁਲੇਖਾ, ਇਹਦੇ ਵਿੱਚ ਹੈ ਕਿ ਕਈ ਚੀਜ਼ਾਂ ਨੂੰ ਅਸੀਂ ਹਾਲਾਂਕਿ ਖੁਸ਼ੀ ਸਮਝਦੇ ਹਾਂ ਬਟ ਉਹ ਐਕਚੁਅਲ ਦੇ ਵਿੱਚ ਇੱਕ ਭੁਲੇਖਾ ਹੁੰਦੇ ਹਨ। ਸੋ ਉਸ ਚੀਜ਼ ਨੂੰ ਇਹਨਾਂ ਨੇ ਜਿਹੜਾ ਹੈ ਨਾ ਪ੍ਰੈਜ਼ੈਂਟ ਕੀਤਾ ਹੈ। ਸੋ ਇਸ ਨਿਬੰਧ ਦੇ ਵਿੱਚ ਇਹਨਾਂ ਨੇ ਜੀਭ, ਅੱਖੀਆਂ, ਕੰਨ ਆਦਿ ਜਿਹੜੇ ਸਵਾਦ ਨੇ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਇੱਕ ਭੁਲੇਖਾ ਦੱਸਿਆ ਹੈ ਕਿ ਇਹ ਇੱਕ ਭੁਲੇਖਾ ਹੈ। ਸੋ ਇਹ ਤੁਹਾਡਾ ਹੈ ਨਾ ਸੱਚ ਨਹੀਂ ਹੈਗਾ ਗਾ। ਸੋ ਇਸ ਲਈ ਸਾਨੂੰ ਜ਼ਰੂਰੀ ਹੈ ਕਿ ਸਾਨੂੰ ਭੁਲੇਖੇ ਨੂੰ ਦੂਰ ਕਰਕੇ ਸੱਚ ਦੀ ਜਿਹੜੀ ਖੁਸ਼ੀ ਹੈ ਉਸ ਨੂੰ ਅਪਣਾਉਣਾ ਚਾਹੀਦਾ ਹੈ। ਇਹਨਾਂ ਨੇ ਐਗਜ਼ਾਮਪਲ ਦੇ ਤੌਰ ਦੇ ਉੱਪਰ ਗੱਲ ਕੀਤੀ ਹੈ ਇਸ ਨਿਬੰਧ ਦੇ ਵਿੱਚ ਕਿ ਕੰਨਾਂ ਨਾਲ ਸੁਣਨ ਦੀ ਖੁਸ਼ੀ ਦੇ ਸੰਦਰਭ ਦੇ ਵਿੱਚ ਲਿਖਿਆ ਹੈ ਕਿ ਮਨੁੱਖ ਕੇਵਲ ਸੰਗੀਤ ਸੁਣ ਕੇ ਹੀ ਖੁਸ਼ ਨਹੀਂ ਹੁੰਦਾ, ਸਗੋਂ ਨਿੰਦਿਆ, ਚੁਗਲੀ ਅਤੇ ਮਲੀਨ ਭਾਸ਼ਾ ਸੁਣ ਕੇ ਵੀ ਕਈ ਮਨੁੱਖਾਂ ਨੂੰ ਖੁਸ਼ੀ ਹੁੰਦੀ ਹੈ, ਜੋ ਕਿ ਸੱਚੀ ਜਾਂ ਅਸਲੀਅਤ ਦੇ ਵਿੱਚ ਖੁਸ਼ੀ ਨਹੀਂ ਹੈ, ਕਿਉਂਕਿ ਉਹ ਤਾਂ ਕਿਸੇ ਦੀ ਨਿੰਦਿਆ ਕੀਤੀ ਗਈ ਹੈ, ਚੁਗਲੀ ਕੀਤੀ ਗਈ ਹੈ, ਉਸ ਦੇ ਲਈ ਭੱਦੇ ਸ਼ਬਦ ਜਿਹੜੇ ਆ ਉਹ ਇਸਤੇਮਾਲ ਕੀਤੇ ਗਏ ਨੇ। ਸਿਰਫ ਸੰਗੀਤ ਦੇ ਨਾਲ ਹੀ ਕਹਿੰਦੇ ਅਸੀਂ ਖੁਸ਼ ਨਹੀਂ ਹੁੰਦੇ। ਇਸ ਲਈ ਬਹੁਤ ਸਾਰੇ ਲੋਕ ਜਿਹੜੇ ਆ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਕੋਈ ਨਾ ਚੀਜ਼ਾਂ ਦੇ ਨਾਲ ਹੀ ਖੁਸ਼ ਹੁੰਦੇ ਨੇ, ਉਹਨਾਂ ਨੂੰ ਹੋਰ ਚੀਜ਼ ਕੋਈ ਅੱਛੀ ਲੱਗਦੀ ਹੀ ਨਹੀਂ ਹੈਗੀ ਹੈ ਨਾ। ਸੋ ਇਸ ਲਈ ਉਹ ਕਹਿੰਦੇ ਇਹ ਭੁਲੇਖਾ ਹੈ ਤੁਹਾਡਾ ਕਿ ਇਹ ਤੁਹਾਡੀ ਅਸਲੀ ਖੁਸ਼ੀ ਹੈ, ਅਸਲੀ ਖੁਸ਼ੀ ਤੁਹਾਡੀ ਕੋਈ ਹੋਰ ਹੈਗੀ ਹੈਗੀ। ਠੀਕ ਹੈ, ਉਸ ਨੂੰ ਹਾਸਲ ਕਰਨ ਦੇ ਲਈ ਜਿਹੜਾ ਤੁਹਾਨੂੰ ਯਤਨ ਕਰਨੇ ਚਾਹੀਦੇ ਨੇ। ਨੈਕਸਟ ਹੈ ਬਹਾਰ। ਸੋ ਇਸ ਦੇ ਵਿੱਚ ਅੱਤ ਦੀ ਠੰਡ ਤੋਂ ਬਾਅਦ ਆਉਂਦੀ ਬਹਾਰ ਦੀ ਜਿਹੜੀ ਰੁੱਤ ਹੈ ਉਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਨੇ ਕਿ ਕਿਵੇਂ ਉਹ ਨਵੀਆਂ ਜਿਹੜੀਆਂ ਹਨ ਰੁੱਤਾਂ ਸਾਡੇ ਲਈ ਲੈ ਕੇ ਆਉਂਦੇ ਹੈਗੇ ਨੇ। ਨੈਕਸਟ ਹੈ ਕੀ ਜਾਣਾ ਮੈਂ ਕੌਣ। ਇਸ ਦੇ ਵਿੱਚ ਉਹਨਾਂ ਨੇ ਜੀਵਨੀ ਦੀ ਫਿਲਾਸਫੀ ਜਿਹੜੀ ਹੈ ਉਸ ਨੂੰ ਪੇਸ਼ ਕੀਤਾ ਹੈ। ਕਮਲਾ ਅਕਾਲੀ ਦੀ ਰਾਏ ਦੇ ਵਿੱਚ ਇਨਸਾਨ ਜਿਹੜਾ ਉਹ ਆਪਣੇ ਬਲ ਨੂੰ ਨਹੀਂ ਸਮਝ ਪਾਉਂਦਾ, ਆਪਣੀ ਸ਼ਕਤੀ ਨੂੰ ਨਹੀਂ ਸਮਝ ਪਾਉਂਦਾ ਕਿ ਉਹਦੇ ਵਿੱਚ ਕਿੰਨੀ ਸ਼ਕਤੀ ਹੈ ਜਾਂ ਉਹ ਕੀ ਕਰ ਸਕਦਾ ਜਾਂ ਨਹੀਂ ਕੀ ਕਰ ਸਕਦਾ, ਉਸ ਨੂੰ ਇੰਨਾ ਪਤਾ ਹੀ ਨਹੀਂ ਹੈਗਾ ਨਾ। ਸੋ ਆਪਣੇ ਬਾਰੇ ਉਹ ਸਮਝ ਹੀ ਨਹੀਂ ਪਾਇਆ। ਇਸ ਤੋਂ ਇਲਾਵਾ ਸਤੂਲ ਜਗਤ ਦੇ ਵਿੱਚ ਭਾਵੇਂ ਉਹ ਪਰਬਤਾਂ ਨੂੰ ਕਹਿੰਦੇ ਹਿਲਾ ਦਿੰਦਾ ਹੈ ਜਾਂ ਹਿਲਾ ਦੇਵੇ, ਪਰ ਅਸਲੀਅਤ ਦੇ ਵਿੱਚ ਉਹ ਬੜਾ ਨਿਰਬਲ ਅਤੇ ਨਾਚੀਜ਼ ਜਿਹਾ ਵਿਅਕਤੀ ਮੰਨਿਆ ਜਾਂਦਾ ਹੈ ਕਮਲਾ ਸਿੰਘ ਅਕਾਲੀ ਦੇ ਅਕੋਰਡਿੰਗ। ਓਕੇ, ਨੈਕਸਟ ਹੈ ਮਨ ਦੀ ਮੌਜ। ਸੋ ਨੈਕਸਟ ਰਚਨਾ ਹੈ, ਇਸ ਦੇ ਵਿੱਚ ਟੋਟਲ 14 ਲੇਖ ਜਿਹੜੇ ਨੇ ਉਹ ਸ਼ਾਮਲ ਨੇ। ਸੋ ਇਹ ਵੀ ਬਹੁਤ ਸਾਰੇ ਜਿਹੜੇ ਕਸਦੇ ਜ਼ਿੰਦਗੀ ਦੇ ਕਹਿ ਸਕਦੇ ਹਨ ਫੈਕਟਰ ਨੇ ਉਹਨਾਂ ਨੂੰ ਪੇਸ਼ ਕਰਦੀ ਹੈ। ਪਹਿਲਾ ਹੈ ਕਲਾ ਰਾਹੀਂ ਵਿਹਲ। ਸੋ ਇਸ ਦੇ ਵਿੱਚ ਸਮਾਜਿਕ ਵਿਗਿਆਨ ਵਿਸ਼ੇ ਦੇ ਨਾਲ ਸੰਬੰਧ ਜਿਹੜਾ ਨਿਬੰਧ ਹੈ ਉਸ ਨੂੰ ਪੇਸ਼ ਕੀਤਾ ਹੈ। ਔਰ ਇਸ ਦਾ ਮੁੱਖ ਪਾਤਰ ਦੀ ਗੱਲ ਕਰੀਏ ਤਾਂ ਇੱਕ ਸਾਈਕਲ ਸਵਾਰ ਜਿਹੜੀ ਲੜਕੀ ਹੈ ਉਹ ਇਸ ਦੀ ਮੁੱਖ ਪਾਤਰ ਹੈ, ਜਿਹਦੇ ਆਧਾਰ ਦੇ ਉੱਪਰ ਇਹ ਕਲਾ ਰਾਹੀਂ ਵਿਹਲ ਜਿਹੜੀ ਹੈ ਉਹ ਦੱਸਿਆ ਗਿਆ ਹੈਗਾ। ਲੇਖ ਦੇ ਵਿੱਚ ਕਲਾ ਤੋਂ ਭਾਵ ਮਸ਼ੀਨਰੀਕਰਨ ਤੋਂ ਹੈ। ਸੋ ਸਾਈਕਲ ਦੇ ਉੱਪਰ ਜਿਹੜੀ ਸਵਾਰ ਲੜਕੀ ਹੈ ਉਸ ਬਾਰੇ ਉਹਨਾਂ ਨੇ ਪੇਸ਼ ਕੀਤਾ ਹੈ। ਔਰ ਇਸ ਲੇਖ ਦੇ ਵਿੱਚ ਇਹ ਚੀਜ਼ ਰਹੀ ਹੈ ਕਿ ਜਿਹੜੀ ਆਧੁਨਿਕ ਯੁੱਗ ਦੀਆਂ ਨਵੀਆਂ ਕਾਢਾਂ ਨੇ ਉਸ ਨੇ ਬਹੁਤ ਸਾਰੇ ਸਾਧਨ ਜਿਹੜੇ ਉਹ ਬਣਾ ਦਿੱਤੇ ਨੇ। ਮੀਨਸ ਕਿ ਉਸਨੇ ਕਾਰਾਂ, ਮੋਟਰਸਾਈਕਲ, ਕਿੰਨੀਆਂ ਹੀ ਚੀਜ਼ਾਂ ਜਿਹੜੀਆਂ ਹਨ ਬਣਾ ਦਿੱਤੀਆਂ ਜੋ ਕਿ ਕੁਝ ਘੰਟਿਆਂ ਜਾਂ ਕੁਝ ਮਿੰਟਾਂ ਦੇ ਵਿੱਚ ਸਾਨੂੰ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਵਿੱਚ ਪਹੁੰਚਾ ਦਿੰਦੀਆਂ ਨੇ, ਜਿਹਦੇ ਨਾਲ ਸਾਡੇ ਕੋਲ ਬਹੁਤ ਸਾਰਾ ਸਮਾਂ ਜਿਹੜਾ ਹੁਣ ਅੱਜ ਕੱਲ੍ਹ ਵਿਹਲਾ ਉਹ ਰਹਿ ਜਾਂਦਾ ਹੈ। ਸੋ ਇਸ ਵਿਹਲੇ ਸਮੇਂ ਨੂੰ ਅਸੀਂ ਕਹਿ ਸਕਦੇ ਹਾਂ ਯੂਜ਼ ਕਰ ਸਕਦੇ ਹਾਂ, ਇੱਕ ਦੂਸਰੇ ਦੇ ਨਾਲ ਮਿਲ ਸਕਦੇ ਹਾਂ ਔਰ ਕਿਸੇ ਨਾ ਕਿਸੇ ਨਾਲ ਜ਼ਿੰਦਗੀ ਦੇ ਵਿੱਚ ਕੁਝ ਵਿਹਲ ਦੀਆਂ ਘੜੀਆਂ ਜਿਹੜੀਆਂ ਉਹ ਬਤੀਤ ਕਰ ਸਕਦੇ ਹਾਂ। ਤਾਂ ਨਹੀਂ ਤਾਂ ਮਨੁੱਖ ਜਿਹੜਾ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਚੁੱਕਿਆ ਸੀ, ਬਟ ਇਹਨਾਂ ਤਕਨੀਕਾਂ ਦੀ ਬਦੌਲਤ ਜਿਹੜਾ ਕਹਿ ਸਕਦੇ ਹਾਂ ਉਹਨਾਂ ਕੋਲ ਸਮਾਂ ਬਹੁਤ ਜ਼ਿਆਦਾ ਆ ਚੁੱਕਿਆ ਹੈ। ਨੈਕਸਟ ਹੈ ਆਜ਼ਾਦੀ। ਸੋ ਇਸ ਦੇ ਵਿੱਚ ਉਹਨਾਂ ਨੇ 1947 ਤੋਂ ਪਹਿਲਾਂ ਭਾਰਤ ਵਰਸ਼ ਨੂੰ ਆਜ਼ਾਦ ਮੁਲਕ ਦੇਖਣ ਦੀ ਇੱਛਾ ਅਤੇ ਆਜ਼ਾਦੀ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਬਰਾਬਰ ਦੇ ਹੱਕ ਮਿਲਣ ਦੀ ਜਿਹੜੀ ਲੋਚਾ ਦਾ ਸੁਪਨਮਈ ਜਿਹੜਾ ਪ੍ਰਗਟਾਵਾ ਹੈ
ਉਸ ਦਾ ਯਤਨ ਕੀਤਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਹੈ ਨਾ ਇਹ ਸੋਚਿਆ ਜਾਂਦਾ ਸੀ ਕਿ ਭਾਰਤ ਆਜ਼ਾਦ ਹੋਵੇਗਾ ਤਾਂ ਸਾਰੇ ਮੁਲਕ ਦੇ ਲੋਕ ਜਿਹੜੇ ਉਹ ਇੱਕੋ ਬਰਾਬਰ ਹੋਣਗੇ, ਸਾਰਿਆਂ ਨੂੰ ਇੱਕੋ ਜਿਹੇ ਹੱਕ ਮਿਲਣਗੇ, ਕਿਸੇ ਦੇ ਨਾਲ ਜਾਤ ਕਾਸਟ ਦੇ ਆਧਾਰ ਦੇ ਉੱਪਰ ਕੋਈ ਜਿਹੜਾ ਭੇਦਭਾਵ ਨਹੀਂ ਕੀਤਾ ਜਾਊਗਾ। ਠੀਕ ਹੈ। ਔਰ ਨਿਬੰਧ ਦੇ ਵਿੱਚ ਆਜ਼ਾਦੀ ਦੇ ਅਨੇਕ ਅਰਥ ਉਹਨਾਂ ਨੇ ਦੱਸੇ ਹੈਗੇ ਨੇ, ਆਦਿ ਕਾਲ ਤੋਂ ਲੈ ਕੇ ਮਨੁੱਖ ਦੇ ਆਧੁਨਿਕ ਯੁੱਗ ਦੀ ਸਭਿਅਤਾ ਤੱਕ ਦੇ ਜੀਵਨ ਦੇ ਵਿਕਾਸ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਵੇਂ ਕਿਵੇਂ ਜਿਹੜਾ ਹੈ ਨਾ ਆਜ਼ਾਦੀ ਨੂੰ ਲੈ ਕੇ ਉਹ ਡਿਵੈਲਪ ਹੁੰਦਾ ਹੈ। ਨੈਕਸਟ ਹੈ ਚੱਲਦਾ ਫਿਰਦਾ ਹੋਟਲ। ਸੋ ਇਸ ਦੇ ਵਿੱਚ ਹਾਸ ਰਸ ਸ਼ੈਲੀ ਜਿਹੜੀ ਹੈ ਉਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਲਕੇ ਫੁਲਕੇ ਲੇਖਾਂ ਦੇ ਵਿੱਚ ਇਸ ਨੂੰ ਇਨਕਲੂਡ ਕੀਤਾ ਜਾਂਦਾ ਹੈ। ਸੋ ਇਸ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਰੱਜੇ ਪੁੱਜੇ ਜ਼ਿਮੀਂਦਾਰਾਂ ਦੇ ਖਿਡਾਰੀ ਮੁੰਡਿਆਂ ਦੀ ਖੁਰਾਕ ਬਾਰੇ ਦੱਸਣ ਦੀ ਗੱਲ ਕੀਤੀ ਗਈ ਹੈ ਕਿ ਗੱਡੀ ਦੇ ਵਿੱਚ ਸਵਾਰ ਖਾਲਸਾ ਕਾਲਜ ਦੇ 2 ਲੜਕੇ ਦੀਆਂ ਸ਼ਰਾਰਤਾਂ ਨੂੰ ਉਦਾਗਰ ਭਾਵਨਾ ਦੇ ਨਾਲ ਉਜਾਗਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਉਹ ਬਹੁਤ ਸਾਰਾ ਜਿਹੜਾ ਖਾਣਾ ਉਹ ਖਾਂਦੇ ਹੈਗੇ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ। ਔਰ ਇਸ ਲੇਖ ਦੇ ਵਿੱਚ ਉਹਨਾਂ ਨੇ ਇੱਕ ਪਾਸੇ ਬਹਿਰਿਆਂ ਦੀ ਜਿਹੜੀ ਪਰੇਸ਼ਾਨੀ ਹੈ ਔਰ ਬੇਸਬਰੀ ਹੈ ਉਸ ਦਾ ਜਿਹੜਾ ਜ਼ਿਕਰ ਕੀਤਾ ਹੈ, ਦੂਜੇ ਪਾਸੇ ਪੰਜਾਬ ਦੇ ਗੱਭਰੂ ਮੁੰਡਿਆਂ ਦੀ ਦਲੇਰੀ ਅਤੇ ਮਚਲੇਪਨ ਦਾ ਜਿਹੜਾ ਚਿੱਤਰ ਹੈ ਉਹ ਲਿਖਿਆ ਹੈ। ਠੀਕ ਹੈ। ਇੱਕ ਪਾਸੇ ਬਹਿਰੇ ਹੈ, ਦੂਸਰੇ ਪਾਸੇ ਪੰਜਾਬ ਦੇ ਗੱਭਰੂ ਦੀ ਦਲੇਰੀ ਦੀ ਗੱਲ ਕੀਤੀ ਹੈ। ਇਕੱਲੇ ਸਵਾਰੀ। ਸੋ ਇਸ ਦੇ ਵਿੱਚ ਇਹਨਾਂ ਨੇ ਟਾਂਗੇ ਵਾਹਨ ਵਾਲੇ ਕੋਚਵਾਨਾਂ ਦੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਪੇਸ਼ ਕੀਤਾ ਹੈ। ਇਸ ਲੇਖ ਦੇ ਵਿੱਚ ਮੁੱਖ ਤੌਰ ਦੇ ਉੱਪਰ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਇੱਕ ਟਾਂਗੇ ਵਾਹਨ ਵਾਲਾ ਜਿਹੜਾ ਕੋਚਵਾਨ ਹੁੰਦਾ ਹੈ ਸੋ ਉਹ ਇੱਕ ਸਵਾਰੀ ਦੀ ਉਡੀਕ ਦੇ ਵਿੱਚ ਬਹੁਤ ਸਾਰੀਆਂ ਸਵਾਰੀਆਂ ਨੂੰ ਬਾਕੀ ਦੀਆਂ ਸਵਾਰੀਆਂ ਨੂੰ ਬਾਦਸ਼ਾਹ ਹੁਣ ਚੱਲਦਿਆਂ ਤੱਕ ਨਾ ਤਸੱਲੀ ਦਿੰਦੇ ਰਹਿੰਦੇ ਨੇ, ਜਿਹਦੀ ਬਦੌਲਤ ਕਾਫੀ ਸਮੇਂ ਤੱਕ ਜਿਹੜਾ ਕਹਿ ਸਕਦੇ ਹਾਂ ਨਾ ਜੋ ਟਾਂਗੇ ਦੇ ਵਿੱਚ ਸਵਾਰੀਆਂ ਹੁੰਦੀਆਂ ਨੇ ਉਹ ਬੈਠੀਆਂ ਰਹਿੰਦੀਆਂ ਨੇ ਸਿਰਫ ਇੱਕ ਸਵਾਰੀ ਦੀ ਝਾਕ ਦੇ ਵਿੱਚ। ਸੋ ਨਾ ਇਸ ਚੀਜ਼ ਨੂੰ ਉਹਨਾਂ ਨੇ ਪੇਸ਼ ਕੀਤਾ ਹੈ। ਸੋ ਨਿਬੰਧ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਟਾਂਗਾ ਚਲਾਉਣ ਦੇ ਕਿੱਤੇ ਨੂੰ ਮੇਲੇ ਦੇ ਨਾਲ ਉਹਨਾਂ ਨੇ ਤੁਲਨਾ ਕੀਤੀ ਹੈ ਕਿਉਂਕਿ ਧੀਮੀ ਰਫ਼ਤਾਰ ਵਾਲਾ ਵਾਹਨ ਹੋਣ ਕਰਕੇ ਇਸ ਦੇ ਵਿੱਚ ਬੈਠੇ ਸਵਾਰ ਨੂੰ ਆਲੇ ਦੁਆਲੇ ਦਾ ਜਿਹੜੇ ਦ੍ਰਿਸ਼ ਨੇ ਉਹ ਮਾਣਨ ਦਾ ਅਵਸਰ ਜਾਂ ਮੌਕਾ ਜਿਹੜਾ ਉਹ ਮਿਲ ਜਾਂਦਾ ਹੈ, ਕਿਉਂਕਿ ਬੱਸ ਗੱਡੀ ਦੇ ਵਿੱਚ ਸਪੀਡ ਦੇ ਨਾਲ ਜਾਂਦਾ ਹੈ ਸੋ ਕੁਝ ਵੀ ਨਜ਼ਰ ਨਹੀਂ ਆਉਂਦਾ ਨਾ ਛੇਤੀ। ਬਟ ਅਗਰ ਅਸੀਂ ਗੱਲ ਕਰੀਏ ਤਾਂਗੇ ਦੀ ਤਾਂ ਤਾਂਗੇ ਦੇ ਵਿੱਚ ਬੜਾ ਸਲੋ ਜਾਂਦਾ ਹੈ, ਜਿਹਦੇ ਕਾਰਨ ਕਰਕੇ ਅਸੀਂ ਬਾਜ਼ਾਰ ਦਾ ਪੂਰੇ ਦਾ ਆਨੰਦ ਜਿਹੜਾ ਉਹ ਲੈ ਸਕਦੇ ਹੈਗੇ ਹਾਂ। ਸੋ ਇਹ ਵੀ ਇਸ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਹੈ ਔਰ ਇਸ ਤਾਂਗੇ ਦੇ ਕਿੱਤੇ ਨੂੰ ਉਹਨਾਂ ਨੇ ਮੇਲੇ ਦੇ ਨਾਲ ਤੁਲਨਾ ਕੀਤੀ ਹੈ। ਸੋ ਇਹ ਯਾਦ ਰੱਖਣਾ। ਓਕੇ। ਨੈਕਸਟ ਹੈ ਪਸ਼ੂ ਪੰਖੀ ਪਿਆਰ। ਸੋ ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਲੇਖਕਾਂ ਦਾ ਜਾਨਵਰਾਂ ਦੇ ਪ੍ਰਤੀ ਪਿਆਰ ਜਿਹੜਾ ਹੈ ਉਸ ਨੂੰ ਪੇਸ਼ ਕੀਤਾ ਹੈ। ਇਸ ਲੇਖ ਦੇ ਵਿੱਚ ਲੇਖਕ ਨੇ ਜਾਨਵਰਾਂ ਨੂੰ ਦਰਵੇਸ਼ ਦਾ ਜਿਹੜਾ ਰੂਪ ਦੱਸਿਆ ਹੈ, ਯਾਨੀ ਕਿ ਦਰਵੇਸ਼ ਕਿਹਾ ਹੈਗਾ ਜਾਨਵਰਾਂ ਨੂੰ। ਇਸ ਤੋਂ ਇਲਾਵਾ ਲੇਖਕਾਂ ਦਾ ਮੰਨਣਾ ਹੈ ਕਿ ਮਨੁੱਖ ਦੇ ਬੱਚੇ ਕੁੱਤਿਆਂ, ਬਿੱਲੀਆਂ ਅਤੇ ਖਰਗੋਸ਼ਾਂ ਦੇ ਨਾਲ ਖੇਡ ਕੇ ਹੀ ਮੁੱਢਲੀ ਸਿੱਖਿਆ ਜਿਹੜੀ ਹੈ ਉਹ ਪ੍ਰਾਪਤ ਕਰਦੇ ਨੇ, ਯਾਨੀ ਕਿ ਉਹ ਕੁੱਤਿਆਂ ਦੇ ਨਾਲ ਖੇਡਦੇ ਹਨ ਜਾਂ ਬਿੱਲਿਆਂ ਦੇ ਨਾਲ ਜਾਂ ਫਿਰ ਖਰਗੋਸ਼ਾਂ ਦੇ ਨਾਲ ਖੇਡ ਕੇ ਹੀ ਜਿਹੜੀ ਸ਼ੁਰੂਆਤੀ ਜਾਂ ਮੁੱਢਲੀ ਐਜੂਕੇਸ਼ਨ ਹੈ ਉਸ ਨੂੰ ਅਚੀਵ ਕਰਦੇ ਹੈਗੇ ਨੇ। ਨੈਕਸਟ ਹੈ ਸੜਕਾਂ, ਸੱਭਿਅਤਾ ਅਤੇ ਸੈਰ। ਸੋ ਇਸ ਦੇ ਵਿੱਚ ਇਹਨਾਂ ਨੇ 2 ਸਿਰਲੇਖਾਂ ਦੇ ਅਧੀਨ ਇਸ ਨਿਬੰਧ ਨੂੰ ਪੇਸ਼ ਕੀਤਾ ਹੈ। ਇਸ ਲੇਖ ਦੇ ਵਿੱਚ ਪਹਿਲੇ ਨਿਬੰਧ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਅੰਗਰੇਜ਼ਾਂ ਨੇ ਰੋਮਨਾਂ ਤੋਂ ਸੜਕਾਂ ਬਣਾਉਣ ਦੀ ਸਿੱਖਿਆ ਜਿਹੜੀ ਲੈ ਕੇ ਵਪਾਰਕ ਦ੍ਰਿਸ਼ਟੀ ਪੱਖੋਂ ਲੰਮੀਆਂ ਸੜਕਾਂ ਦਾ ਨਿਰਮਾਣ ਕੀਤਾ ਹੈ, ਜਿਸ ਦੇ ਨਾਲ ਮਨੁੱਖੀ ਸੱਭਿਅਤਾ ਦਾ ਜਿਹੜਾ ਇਤਿਹਾਸ ਹੀ ਬਦਲ ਗਿਆ, ਕਿਉਂਕਿ ਪਹਿਲਾਂ ਕੱਚੇ ਰਾਹ ਹੁੰਦੇ ਸੀ ਬਟ ਉਹਨਾਂ ਨੇ ਰੋਮਨਾਂ ਤੋਂ ਇਹ ਸੜਕਾਂ ਦਾ ਨਿਰਮਾਣ ਸਿੱਖ ਕੇ ਪੂਰੇ ਵਿਸ਼ਵ ਦੇ ਵਿੱਚ ਤਕਰੀਬਨ ਸੜਕਾਂ ਦਾ ਨਿਰਮਾਣ ਕੀਤਾ ਹੈ, ਜਿਹਦੇ ਨਾਲ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਵਿੱਚ ਆਸਾਨੀ ਦੇ ਨਾਲ ਅਸੀਂ ਜਾ ਸਕਦੇ ਹੈਗੇ ਹਾਂ। ਦੂਸਰੇ ਇਸ ਲੇਖ ਦੇ ਵਿੱਚ ਵਿਅਕਤੀ ਦੀ ਸੈਰ ਕਰਨ ਦੀ ਜਿਹੜੀ ਆਦਤ ਆ ਉਸ ਬਾਰੇ ਦੱਸਿਆ ਗਿਆ ਹੈ, ਕਿਉਂਕਿ ਇਹਨਾਂ ਸੜਕਾਂ ਦੇ ਉੱਪਰ ਇਹ ਜਿਹੜਾ ਸੈਰ ਵਗੈਰਾ ਕਰਦਾ ਹੈ ਸੋ ਉਸ ਦੀ ਕਹਿ ਸਕਦੇ ਹੈਗੇ ਹਾਂ ਰਿਸ਼ਟ ਪੁਸ਼ਟ ਸਿਹਤ ਦੇ ਲਈ ਉਹਨਾਂ ਨੇ ਗੱਲ ਕੀਤੀ ਹੈ ਕਿ ਪੈਦਲ ਤੁਰਨਾ ਜਾਂ ਲੰਮੇ ਸਫ਼ਰ ਤੱਕ ਦੀ ਸਿੱਖਿਆ ਦਿੱਤੀ ਹੈ ਕਿ ਜੇਕਰ ਤੁਸੀਂ ਰਿਸ਼ਟ ਪੁਸ਼ਟ ਰਹਿਣਾ ਹੈ ਔਰ ਬਿਮਾਰੀਆਂ ਤੋਂ ਰਹਿਤ ਰਹਿਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈ ਤੁਸੀਂ ਪੈਦਲ ਤੁਰੋ ਔਰ ਪੈਦਲ ਤੁਰਨ ਦੇ ਨਾਲ ਹੀ ਜਿਹੜਾ ਕਹਿ ਸਕਦੇ ਹਾਂ ਤੁਹਾਨੂੰ ਇੱਕ ਅੱਛੀ ਅਤੇ ਤੰਦਰੁਸਤ ਜਿਹੜੀ ਹੈ ਜ਼ਿੰਦਗੀ ਉਹ ਮਿਲ ਜਾਵੇਗੀ। ਨੈਕਸਟ ਹੈ ਜੱਟ ਦਾ ਆਰਟ। ਸੋ ਇਸ ਲੇਖ ਦੇ ਵਿੱਚ ਕਮਲਾ ਕਾਲੀ ਨੇ ਜੱਟ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਦਿਲੀ ਹਮਦਰਦੀ ਜਿਹੜੀ ਹੈ ਉਹ ਦਿਖਾਈ ਹੈ ਔਰ ਇਸ ਦੇ ਵਿੱਚ ਭਾਰਤ ਵਰਗੇ ਖੇਤੀ ਪ੍ਰਧਾਨ ਮੁਲਕ ਦੀ ਖੇਤੀਕਾਰੀ ਦੀ ਆਰਟ ਦਾ ਜਿਹੜਾ ਕਮਾਲ ਹੈ ਉਹ ਪੇਸ਼ ਕੀਤਾ ਗਿਆ ਕਿ ਕਿਵੇਂ ਜਿਹੜੇ ਕਿਸਾਨ ਨੇ ਖੇਤੀ ਦੀ ਜਿਹੜੀ ਪ੍ਰੋਡਕਸ਼ਨ ਵਧਾਉਂਦੇ ਹੈਗੇ ਨੇ, ਖੇਤੀ ਕਰਦੇ ਹੈਗੇ ਨੇ ਔਰ ਮੰਡੀਆਂ ਦੇ ਵਿੱਚ ਜੋ ਜੱਟਾਂ ਦਾ ਹਾਲ ਹੁੰਦਾ ਹੈ ਸੋ ਉਸ ਨੂੰ ਵੀ ਜਿਹੜਾ ਉਹਨੇ ਦੁਖੀ ਹਿਰਦੇ ਨਾਲ ਪੇਸ਼ ਕੀਤਾ ਹੈ ਕਿ ਕਿਵੇਂ ਉਹਨਾਂ ਦੇ ਨਾਲ ਜਿਹੜਾ ਹੈ ਨਾ ਬਦਸਲੂਕੀ ਆ ਉਹ ਮੰਡੀਆਂ ਦੇ ਵਿੱਚ ਕੀਤੀ ਜਾਂਦੀ ਹੈ। ਨੈਕਸਟ ਹੈ ਜੈਂਟਲਮੈਨ। ਸੋ ਜੈਂਟਲਮੈਨ ਜਿਹੜਾ ਹੈ ਉਹਨਾਂ ਦੇ ਅਕੋਰਡਿੰਗ ਕਿ ਜੋ ਅਮੀਰਾਂ ਦੇ ਮੁੰਡੇ ਨੇ ਉਹਨਾਂ ਦੇ ਜੋ ਕਹਿ ਸਕਦੇ ਹਾਂ ਜੈਂਟਲਮੈਨ ਵਾਲੀ ਫੀਲਿੰਗ ਹੁੰਦੀ ਹੈ ਸੋ ਉਸ ਨੂੰ ਉਹਨਾਂ ਨੇ ਪੇਸ਼ ਕੀਤਾ ਹੈ ਕਿ ਕਿਵੇਂ ਜਿਹੜਾ ਜੈਂਟਲਮੈਨ ਅਸੀਂ ਕਹਿ ਸਕਦੇ ਹੈਗੇ। ਸੋ ਸਪੈਸ਼ਲੀ ਉਹਨਾਂ ਨੇ ਗੱਲ ਕੀਤੀ ਹੈ ਕਿ ਸੰਵਾਰੇ ਵਾਲ ਹੋਏ
ठीक है, करीजां वाले कपड़े पा के टौर कड्ढण वाला असल जेंटलमैन जिहड़ा वो कहंदे नहीं हुंदा। असल जेंटलमैन तां उच्चे आचरण वाला यानी कि उच्चे करैक्टर वाला ही हुंदा है अते अपणिਆਂ ਤੋਂ ਵੱਡਿਆਂ ਤੇ ਇਸਤਰੀਆਂ ਦਾ ਮਾਣ ਸਤਿਕਾਰ ਕਰਨ ਵਾਲਾ ਵਿਅਕਤੀ ਹੀ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਜੈਂਟਲਮੈਨ ਮੰਨਿਆ ਜਾ ਸਕਦਾ ਹੈ। ਬਾਕੀ ਜਿਹੜੇ ਨੇ ਉਹ ਸਿਰਫ ਫੋਕੇ ਹੈਗੇ ਨੇ, ਠੀਕ ਹੈ, ਅਸਲੀਅਤ ਦੇ ਵਿੱਚ ਉਹ ਜੈਂਟਲਮੈਨ ਨਹੀਂ ਹੈਗੇ, ਸੋ ਇਸ ਕਰਕੇ ਉਹਨਾਂ ਨੂੰ ਅਸੀਂ ਜੈਂਟਲਮੈਨ ਕਹਿੰਦੇ ਕਹਿ ਨਹੀਂ ਸਕਦੇ। ਨੈਕਸਟ ਹੈ ਢੋਲ ਢਮੱਕਾ। ਇਸ ਦੇ ਵਿੱਚ ਉਹਨਾਂ ਨੇ ਰਿਸ਼ੀ ਮੁਨੀਆਂ, ਤਪਸਵੀਆਂ ਜਾਂ ਦੇਸ਼ ਦੇ ਪਸੀਆਂ ਦੇ ਹਿੰਦੁਸਤਾਨ ਦੇ ਲੋਕਾਂ ਦਾ ਦਿਨ ਚੜ੍ਹਦਿਆਂ ਹੀ ਕੰਮ ਰੋਲੀ ਪਾਉਣ ਦੇ ਬਾਰੇ ਜਿਹੜਾ ਹੈ ਨਾ ਵਿਅੰਗ ਕੱਸਿਆ ਹੈ ਕਿ ਕਿਵੇਂ ਕੋਈ ਸਪੀਕਰ ਲਗਾ ਕੇ ਕੋਈ ਕਹਿ ਸਕਦੇ ਹਨ ਰਿਸ਼ੀ ਮੁਨੀ ਜੋ ਵੀ ਹੈ ਨਾ ਸਪੀਕਰ ਵਗੈਰਾ ਲਗਾਉਂਦੇ ਨੇ, ਕੋਈ ਕੁਛ ਕਰਦਾ ਹੈ ਸਵੇਰੇ ਜਿਹਦੇ ਨਾਲ ਸ਼ੋਰ ਸ਼ਰਾਬਾ ਹੁੰਦਾ ਹੈ। ਬਹੁਤ ਸਾਰੇ ਲੋਕ ਜਿਹੜੇ ਡਿਸਟਰਬ ਹੁੰਦੇ ਨੇ, ਲੋਕਾਂ ਦੀ ਐਜੂਕੇਸ਼ਨ ਜਾਂ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਹੈ ਨਾ ਇਫੈਕਟ ਪੈਂਦਾ ਹੈ ਸਵੇਰੇ ਸਵੇਰੇ ਜਿਹੜਾ ਡਿਸਟਰਬੈਂਸ ਹੁੰਦੀ ਹੈ। ਸੋ ਇਹ ਢੋਲ ਢਮੱਕਾ ਜਿਹੜਾ ਉਹ ਡਿਸਟਰਬ ਕਰਦਾ ਹੈ, ਜਿਹਦੇ ਨਾਲ ਕਹਿ ਸਕਦੇ ਹੈ ਕਿ ਬਹੁਤ ਸਾਰਾ ਜਿਹੜਾ ਮੈਂਟਲੀ ਡਿਸਟਰਬੈਂਸ ਹੋ ਜਾਂਦੇ ਹੈ ਕਿ ਲੋਕ ਨੇ, ਠੀਕ ਹੈ। ਸੋ ਇਹਨਾਂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ਼ਤਿਹਾਰਬਾਜ਼ੀ ਕਰਨ ਦੇ ਲਈ ਜੋ ਹੈ ਨਾ ਅਨਾਊਂਸਮੈਂਟ ਕਰਦੇ ਫਿਰਦੇ ਹੁੰਦੇ ਨੇ ਸਵੇਰੇ ਸਵੇਰੇ ਲਾਊਡ ਸਪੀਕਰਾਂ ਦਾ ਜ਼ੋਰ, ਉੱਚੀ ਹੋਕਾ ਦੇ ਕੇ ਸਬਜ਼ੀਆਂ ਜਾਂ ਚੀਜ਼ਾਂ ਵੇਚਣਾ, ਵਪਾਰ ਤੋਂ ਪੈਸਾ ਕਮਾਉਣ ਦਾ ਇਹ ਢੰਗ ਜਿਹੜਾ ਘਟੀਆ ਢੰਗ ਮੰਨਿਆ ਗਿਆ ਹੈ, ਕਿਉਂਕਿ ਇਹਦੇ ਨਾਲ ਜਿਹੜਾ ਐਨਵਾਇਰਨਮੈਂਟ ਹੈ ਬਹੁਤ ਜ਼ਿਆਦਾ ਪੋਲਿਊਟ ਹੁੰਦਾ ਹੈ, ਸ਼ੌਰ ਪ੍ਰਦੂਸ਼ਣ ਹੁੰਦਾ ਹੈਗਾ ਜਿਹਦੇ ਨਾਲ ਪ੍ਰਦੂਸ਼ਣ ਹੁੰਦਾ ਹੈ, ਜਿਹਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਕਿ ਆਮ ਲੋਕਾਂ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਇਫੈਕਟ ਹੁੰਦਾ ਹੈ, ਠੀਕ ਹੈ, ਉਹ ਮੈਂਟਲੀ ਡਿਸਟਰਬ ਹੁੰਦੇ ਹੈਗੇ ਨੇ ਗੇ। ਸੋ ਇਸ ਲਈ ਉਹਨਾਂ ਨੇ ਇਸ ਦੇ ਉੱਪਰ ਰੋਕ ਲਗਾਉਣ ਦਾ ਜਿਹੜਾ ਕਹਿ ਸਕਦੇ ਹਾਂ ਜ਼ਿਕਰ ਕੀਤਾ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਇੱਕ ਸ਼ਾਂਤਮਈ ਜਿਹੜਾ ਇਨਵਾਇਰਨਮੈਂਟ ਆ ਉਹ ਕ੍ਰੀਏਟ ਕੀਤਾ ਜਾਵੇ। ਨੈਕਸਟ ਹੈ ਓਲਾ। ਸੋ ਇਸ ਨੂੰ ਵੀ ਦੋ ਨਿਬੰਧਾਂ ਦੇ ਰੂਪ ਦੇ ਇਹਦੀ ਵੰਡਿਆ ਗਿਆ ਹੈ। ਸੋ ਪਹਿਲਾ ਹੈ ਇਸ ਦੇ ਵਿੱਚ ਪਹਿਲੇ ਨਿਬੰਧ ਦੇ ਵਿੱਚ ਬੱਚਿਆਂ ਦੀ ਲੁਕਣ ਮਚੀਚੀ ਦੀ ਜਿਹੜੀ ਖੇਡ ਹੈ ਉਸ ਤੋਂ ਸ਼ੁਰੂ ਕਰਕੇ ਕਈ ਤਰ੍ਹਾਂ ਦੇ ਓਲੇ ਅਤੇ ਓਲੇਵਾਂ ਦੀ ਅੰਤਰਵੀ ਅਰਥਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਮੇਨ ਤੌਰ ਦੇ ਉੱਪਰ ਓਲੇ ਦਾ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਹੈ ਜਿਹਨੂੰ ਪਰਦਾ ਆਪਾਂ ਕਹਿ ਦਿੰਦੇ ਹੁੰਦੇ ਨਾ। ਸੋ ਕਮਲਾ ਕਾਲੀ ਨੇ ਰੱਬ ਦੁਆਰਾ ਮਨੁੱਖ ਕੋਲੋਂ ਓਲਾ ਰੱਖਣ ਦਾ ਜਿਹੜਾ ਮਜ਼ਾਕੀਆ ਕਾਰਨ ਦੱਸਿਆ ਹੈ ਔਰ ਇਹ ਵੀ ਦੱਸਿਆ ਹੈ ਕਿ ਜੇ ਅਜਿਹਾ ਨਾ ਕਰਦਾ, ਜੇ ਰੱਬ ਲੋਕੇ ਨਾ ਰਹਿੰਦਾ ਤਾਂ ਸ਼ਾਇਦ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਖਤਮ ਕਰ ਦੇਣਾ ਸੀ, ਹੈ ਨਾ। ਸੋ ਇਸ ਬਾਰੇ ਵੀ ਉਹਨਾਂ ਦਾ ਜ਼ਿਕਰ ਮਿਲਦਾ ਹੈ, ਇਸ ਨੂੰ ਵੀ ਓਲਾ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਨੁੱਖੀ ਮਨ ਦੇ ਓਲੇ ਅਤੇ ਇਸਤਰੀਆਂ ਦੇ ਘੁੰਡ ਕੱਢ ਕੇ ਰੱਖਣ ਵਾਲੇ ਓਲੇ ਦਾ ਵੀ ਜਿਹੜਾ ਜ਼ਿਕਰ ਕੀਤਾ ਹੈ। ਕਈ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੁਕੋ ਲੈਂਦੇ ਨੇ, ਇਸ ਤੋਂ ਇਲਾਵਾ ਇਸਤਰੀ ਜਿਹੜੀ ਹੈ ਉਹ ਆਪਣੇ ਘੁੰਡ ਕੱਢ ਕੇ ਹੈ ਨਾ ਲੋਕਾਂ ਤੋਂ ਪਰਦਾ ਕਰਦੀ ਹੈ। ਸੋ ਇਹ ਵੀ ਇੱਕ ਓਲਾ ਹੈ, ਸੋ ਇਹ ਵੀ ਉਸਨੇ ਜ਼ਿਕਰ ਕੀਤਾ ਹੈ। ਦੂਜੇ ਨਿਬੰਧ ਦੇ ਵਿੱਚ ਉਹਨਾਂ ਨੇ ਅਫਸਰਸ਼ਾਹੀਆਂ ਦੇ ਓਲਿਆਂ ਦਾ ਜਿਹੜਾ ਜ਼ਿਕਰ ਕੀਤਾ ਹੈ ਕਿ ਅਫਸਰ ਜਿਹੜੇ ਨੇ ਉਹ ਆਮ ਲੋਕਾਂ ਤੋਂ ਕਿਵੇਂ ਓਲੇ ਰੱਖਦੇ ਹੈਗੇ ਨੇ, ਕਿਵੇਂ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਲੁਕੋ ਕੇ ਰੱਖਦੇ ਨੇ, ਬਹੁਤ ਸਾਰੀਆਂ ਪਾਲਿਸੀਆਂ ਉਹਨਾਂ ਤੋਂ ਲੁਕੋ ਕੇ ਰੱਖਦੇ ਹੈਗੇ ਨੇ। ਇਸ ਤੋਂ ਇਲਾਵਾ ਜਾਨਵਰਾਂ ਦੇ ਰੰਗਾਂ, ਤੁਰਨ ਅਤੇ ਰੀਂਗਣ ਦੇ ਓਲੇ ਦਾ ਜ਼ਿਕਰ ਕੀਤਾ ਹੈ। ਜੰਗ ਸਮੇਂ ਫੌਜੀਆਂ ਦੁਆਰਾ ਗੁਪਤ ਕੋਡ ਦੀ ਵਰਤੋਂ ਕਰਨ ਦੇ ਨਾਲ ਸੰਬੰਧ ਓਲੇ ਦਾ ਵਰਣਨ ਕੀਤਾ ਹੈ। ਵਪਾਰੀ ਜਮਾਤ ਲਈ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਓਲੇ ਦਾ ਵਰਣਨ ਕੀਤਾ ਹੈ ਔਰ ਇਹ ਸਾਰੇ ਦੇ ਸਾਰੇ ਜਿਹੜੇ ਸਾਨੂੰ ਇਸੇ ਨਿਬੰਧ ਦੇ ਵਿੱਚ ਹੀ ਦੇਖਣ ਨੂੰ ਮਿਲਦੇ, ਯਾਨੀ ਕਿ ਹਰ ਤਰ੍ਹਾਂ ਦਾ ਜਿਹੜਾ ਓਲਾ ਹੈ ਉਸ ਦੇ ਉੱਪਰ ਇਹਨਾਂ ਨੇ ਜ਼ਿਕਰ ਕੀਤਾ ਹੈ ਦੋ ਨਿਬੰਧਾਂ ਦੇ ਵਿੱਚ। ਨੈਕਸਟ ਹੈ ਸੋਝੀ। ਸੋ ਸੋਝੀ ਕੀ ਹੈ ਕਿ ਸੋਝੀ ਦੇ ਅਕੋਰਡਿੰਗ ਕਮਲਾ ਸਿੰਘ ਅਕਾਲੀ ਨੇ ਉਸ ਲਿਆਕਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ ਜੋ ਮਨੁੱਖ ਕੁਦਰਤੀ ਤੌਰ 'ਤੇ ਅੰਦਰੋਂ ਹੀ ਮਿਲੀ ਹੁੰਦੀ ਹੈ। ਸੋ ਉਸੇ ਨੂੰ ਅਸੀਂ ਨਾ ਜਿਹੜਾ ਸੋਝੀ ਕਹਿੰਦੇ ਹੈਗੇ ਹਾਂ, ਇਸ ਨੂੰ ਕਿਸੇ ਸਕੂਲ ਜਾਂ ਵਿਸ਼ਵ ਵਿਦਿਆਲੇ ਦੀ ਦੇਣ ਜਿਹੜਾ ਨਹੀਂ ਕਿਹਾ ਜਾ ਸਕਦਾ ਕਮਲਾ ਸਿੰਘ ਅਕਾਲੀ ਦੇ ਦੁਆਰਾ। ਸੋ ਉਹਨਾਂ ਦੇ ਅਕੋਰਡਿੰਗ ਹੈ ਕਿ ਇਹ ਮਨੁੱਖ ਦੇ ਕੁਦਰਤੀ ਤੌਰ ਦੇ ਉੱਪਰ ਹੈ ਨਾ ਡਿਵੈਲਪ ਹੁੰਦੀ ਹੈ, ਇਸ ਨੂੰ ਕੋਈ ਸਕੂਲ ਜਾਂ ਕਾਲਜ ਜਿਹੜਾ ਉਹ ਪ੍ਰੋਵਾਈਡ ਨਹੀਂ ਕਰ ਸਕਦਾ। ਸੋ ਜੀ ਸੋਚਣ ਸਮਝਣ ਦੀ ਸ਼ਕਤੀ ਜਿਹਨੂੰ ਕਹਿ ਸਕਦੇ ਨਾ, ਸੋਚ ਸਮਝ ਕੇ ਕੋਈ ਕੰਮ ਕਰਨਾ, ਉਹ ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਜ਼ਿਕਰਯੋਗ ਹੁੰਦਾ ਹੈ। ਇਸ ਸੰਬੰਧ ਦੇ ਵਿੱਚ ਕਈ ਨਾਮਵਰ ਹਸਤੀਆਂ ਦਾ ਵੀ ਉਹਨਾਂ ਨੇ ਵਰਣਨ ਕੀਤਾ ਹੈ, ਜਿਵੇਂ ਕਿ ਨਿਊਟਨ ਹੋ ਗਿਆ, ਗਾਂਧੀ ਹੋ ਗਿਆ, ਬਿਰਲਾ ਹੋ ਗਿਆ, ਡਾਲਮੀਆ ਹੋ ਗਿਆ। ਸੋ ਇਹ ਕਹਿੰਦੇ ਨੇ ਕਿ ਇਹ ਕੁਦਰਤੀ ਤੌਰ ਦੇ ਉੱਪਰ ਹੀ ਇਹਨਾਂ ਨੂੰ ਸੋਝੀ ਮਿਲੀ ਹੋਈ ਹੈ, ਨਾ ਕਿ ਇਹਨਾਂ ਨੇ ਕਿਸੇ ਐਜੂਕੇਸ਼ਨ ਲੈਤੀ ਹੈਗੀ ਹੈ ਜਾਂ ਕਿਸੇ ਕਹਿ ਸਕਦੇ ਹੈਗੇ ਸੰਸਥਾ ਜਾਂ ਕਾਲਜ ਦੇ ਵਿੱਚੋਂ ਨਹੀਂ ਪੜ੍ਹੇ ਹੈ। ਸੋ ਇਹਨਾਂ ਨੇ ਕੁਦਰਤੀ ਜਿਹੜੀ ਕਹਿ ਸਕਦੇ ਨਾ ਸੋਝੀ ਹੈਗੀ ਹੈ। ਨੈਕਸਟ ਹੈ ਮਨ ਦੀ ਮੌਜ। ਸੋ ਇਸ ਦੇ ਵਿੱਚ ਉਹਨਾਂ ਨੇ ਮਨ ਨੂੰ ਬੜਾ ਕੌਤਕੀ ਦੱਸਿਆ ਹੈਗਾ ਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮਨ ਹੈ ਨਾ ਉਹ ਅਸਰ ਕਰਦਾ ਹੈ, ਕੰਮ ਕਰਦਾ ਹੈ। ਇਸ ਤੋਂ ਇਲਾਵਾ ਮਨ ਆਪਣੇ ਅੰਦਰ ਧਰਮ, ਇਤਿਹਾਸ, ਸਾਇੰਸ, ਵੇਦ ਸ਼ਾਸਤਰ, ਇਹਨਾਂ ਨੂੰ ਬਹੁਤ ਸਾਰੇ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਆਪਣੇ ਇਨਕਲੂਡ ਜਿਹੜਾ ਉਹ ਕਰਦਾ ਹੈ। ਧਰਮ ਹੋ ਗਿਆ, ਇਤਿਹਾਸ ਹੋ ਗਿਆ, ਸਾਇੰਸ ਹੋ ਗਿਆ, ਵੇਦ ਸ਼ਾਸਤਰ ਹੋ ਗਏ, ਇਹਨਾਂ ਸਾਰਿਆਂ ਨੂੰ ਹੀ ਜਿਹੜਾ ਮਨ ਆ ਉਹ ਆਪਣੇ ਅੰਦਰ ਸਮਾ ਕੇ ਰੱਖਦਾ ਹੈ ਅਤੇ ਲੋੜ ਪੈਣ 'ਤੇ ਵਰਤਦਾ ਵੀ ਹੈਗਾ ਇਹਨਾਂ ਨੂੰ। ਓਕੇ, ਮਨ ਨੂੰ ਜਿੱਤਣ ਦੇ ਨਾਲ ਦੁੱਖ ਸੁੱਖ ਇੱਕ ਸਮਾਨ ਹੋ ਜਾਂਦੇ ਨੇ। ਮਨ ਨੂੰ ਜਿੱਧਰ ਵੀ ਲਗਾਓਗੇ ਉਹ ਕਹਿੰਦਾ ਕਿ ਤੁਸੀਂ ਉਸੇ ਸਾਈਡ ਦੇ ਉੱਪਰ ਲੱਗ ਜਾਓਗੇ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਚੀਜ਼ ਦੇ ਉੱਪਰ ਫੋਕਸ ਕਰਦੇ ਹੋ ਜਾਂ ਤੁਸੀਂ ਕਿੱਧਰ ਮਾਈਂਡ ਜਿਹੜਾ ਲਗਾਉਣਾ ਚਾਹੁੰਦੇ ਹੋ, ਤੇ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ, ਠੀਕ ਹੈ। ਔਰ ਅਸਲ ਮਨ ਦੀ ਮੌਜ ਵਿੱਚ ਹੀ ਸਾਰੀਆਂ ਮੌਜਾਂ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਨੇ। ਜੇਕਰ ਤੁਹਾਡਾ ਮਨ ਜਿਹੜਾ ਮੌਜ ਦੇ ਵਿੱਚ ਹੈ ਤਾਂ ਤੁਸੀਂ ਐਕਚੁਅਲ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਮੌਜ ਦੇ ਵਿੱਚ ਹੈ, ਠੀਕ ਹੈ। ਸੋ ਇਸ ਤੋਂ ਇਲਾਵਾ ਕੁਝ ਹੋਰ ਪੁਸਤਕਾਂ ਜਿਵੇਂ ਜੱਟ ਦਾ ਆਰਟ ਹੋ ਗਿਆ, ਪੈਰ ਦੀ ਜੁੱਤੀ ਹੋ ਗਿਆ, ਚੱਲਦਾ ਫਿਰਦਾ ਹੋਟਲ ਹੋ ਗਿਆ,
ਢੋਲ ਢਮੱਕਾ हो गया, मन दी मौज हो गई, जेंटलमैन हो गया, स्विट्जरलैंड की यात्रा हो गई, लंडन ते लंडन के लोग, ये सारे ही हल्के फुल्के जिहड़े निबंध ने उन्हां दे विच शामिल आउंदे हैगे ने गे। ओके, नैक्सट है सैलानी देश भगत। सो इस दे विच इन्हां ने एक कल्पित देश भगत हरनाम सिंह लंडा की जिहड़ी जीवनी है उस नूं वर्णन किया है कि किवें उन्हां ने जिहड़ा कह सकते हैं देश के लिए जिहड़ी कुर्बानी दी जां देश की आज़ादी दे विच पार्टिसिपेट जिहड़ा कीता हैगा। इस पुस्तक दे 17 कांड जिहड़े आ ओह हैगे ने शामिल टोटल। ओके, और सारे कांड देश भगती के भावां दे नाल भरे हुए ने। सारिਆਂ ਦੇ ਵਿੱਚ ਸਾਨੂੰ देश भगती जिहड़ी आ ओह मिलदी है, देश प्रेम की जिहड़ी गल कीती जांदी हैगी आ। जापान तो दक्षिणी पूर्वी एशिया के इलाकों का प्रकृतिक ते सभ्याचारक वर्णन भी जिहड़ा ओह इस दे विच ही मिलता है। ध्यान रखना, जापान तो दक्षिणी पूर्वी एशियाई इलाके का प्रकृतिक ते सभ्याचारक वर्णन जिहड़ा ओह सैलानी देश भगत दे विच ही मिलता है। इस तो इलावा ये रचना भारती आज़ादी अंदोलन की लहर नाल संबंध होने करके, इतिहासक व्यक्तियों के संपर्क दे विच आउण करके, इतिहासक घटनावां का बलगन हिस्सा जो कि इतिहास के बारे सानू बहुमूल्य जानकारी जिहड़ी है वो प्रोवाइड करता हैगा। सो इस पुस्तक दे विच नैक्सट है कमालां दी कैंठ। सो इस दे विच गल कीती है, इस पुस्तक दे विच उन्होंने 7 महान व्यक्ति से जिहड़े उन्हां दी जीवनी के उपर जिक्र पाया है कि किवें उन्होंने अपनी जिंदगी के विच उच्च कोटि के जिहड़े लक्ष्य ने उद्देश ने उन्होंने अचीव किया है और उन्होंने पेश किया है इस पुस्तक के विच कि किवें उन्होंने अपनी इस जीवनी के विच अपने ये सारियां जिहड़ियां उपलब्धियां ने उन्होंने हासिल कर लिया सी। 7 महान व्यक्ति इस दे विच विशेष तौर के उपर जिक्रयोग हैगे ने गे। ओके, पहली जीवनी इस दे विच मिलती है युधिष्ठिर के मनुख धर्म नूं लैके। सो ये पहला जिहड़ा कह सकते हैगे महान व्यक्ति है। युधिष्ठिर ने मनुख धर्म नूं जिहड़ा पेश किया है। सो पहली जीवनी है। दूसरी दे विच हैनीबाल के बचन पालन नूं जिहड़ा है उस नूं पेश किया गया है। तीजे दे विच महात्मा बुद्ध के त्याग नूं पेश किया गया है। चौथे दे विच सिकंदर की सूरमगति बहादरी नूं जिहड़ा है पेश किया गया है। पंजवीं दे विच क्लियोपेट्रा के त्रिया चित्र नूं जिहड़ा है पेश किया हैगा। पंजवीं छेवीं दे विच ईसा मसीह की मुक्तिदाता होने के रूप दे विच उसनूं पेश किया है। और सतवीं दे विच सुकरात दीयां जिहड़ियां चंगियाइयां सी उसनूं बड़े अच्छे तरीके दे नाल पेश किया है कि सुकरात जिहड़ा है वो किवें दा इंसान सी, किवें उस दे विच जिहड़ियां चंगियाइयां वो भरियां होईयां सी। ठीक है, नैक्सट है कमला अकाली जां किरपान दा सच्चा आशिक। सो एक कहानी सी एक सच्चे सिख की सुरमताई अते धर्म पिछे कुर्बानी देने वाले आशिक की जिहड़ी रचना है। मीनस उस दे विच स्पैशली सिख धर्म नूं जिहड़ा लैके पेश किया गया है, सिख धर्म की कुर्बानी नूं लैके सिख की जिहड़ी सुरमगति है उसनूं इस दे विच पेश किया है। ये वार्ता जां गल जिहड़ी है ये फ्रांस की धरती के उपर वापरी हुई रचना है, घटना है जो कि उसके पिछोकड़ नूं जिहड़ा दर्शाउंदी है कि फ्रांस के उपर एक सिख ने जिहड़ा किवें अपना जिहड़ा जीवन वो बतीत किया। इसका मुख पात्र जिहड़ा है वो दुल्ला सिंह सीगा। सो उसके द्वारा अपने कोल किरपान रखे जाण करके उसका कोर्ट मार्शल जिहड़ा कर दिता गया सी, यानी कि उसनूं किरपान रखण तो जिहड़ा है वो मना कर दिता गया सीगा। पर कहानी के अंत दे विच जर्मनी ते फ्रांसीसी फौजियां की लड़ाई समय जदों अकाली अपने अंतिम सांस लै रहा सीगा जां साह लै रहा सी तो उन्होंने अपनी किरपान जिहड़ी वो वापस मिल जाती हैगी आ। सो जिस दे नाल वो एक सच्चे सिख की जिहड़ी आ वो आस पूरी हो जाती है, क्योंकि सिख के लिए जरूरी है कि वह अपने नाल जिहड़ा किरपान है ना रखेगा। बट फ्रांस ने जिहड़ा है ना उसनूं ये चीज़ नहीं कर दी सीगी। बट अंत दे विच जर्मनी ते फ्रांसीसी फौजां के द्वारा ये संभव हो जाता है, जिस करके उसनूं पूरी जिहड़ी है वो खुशी हो जाती है। और कमला अकाली की सब तो पहली रचना सी जो कि 1922 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਸੋ ਇਸੇ ਦੇ ਆਧਾਰ ਦੇ ਉੱਪਰ ਹੀ ਜਿਹੜਾ ਕਹਿ ਸਕਦੇ ਹਾਂ ਲਾਲ ਸਿੰਘ ਦੇ ਨਾਮ ਦੇ ਨਾਲ ਕਮਲਾ ਅਕਾਲੀ ਤਖੱਲਸ਼ ਜਿਹੜਾ ਹੈ ਉਹ ਵਰਤਿਆ ਗਿਆ ਸੀ। ਓਕੇ, ਨੈਕਸਟ ਹੈ ਕਮਲਾ ਅਕਾਲੀ ਦੀਆਂ ਕੁਝ ਹੋਰ ਕਹਾਣੀਆਂ। ਇਸ ਤੋਂ ਇਲਾਵਾ ਸਰਬ ਲੋਹ ਦੀ ਵਹੁਟੀ, ਗੁਮਨਾਮ ਯੋਧਾ, ਕਰਮਗੀਤ, ਲੰਡਨ ਵਿੱਚ ਦਰਸ਼ਨ, ਇੱਕ ਅੱਧਾ ਮਿੰਟ ਆਦਿ ਫੁਲਵਾੜੀ ਰਸਾਲੇ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਨੇ। ਧਿਆਨ ਰੱਖਣਾ, ਫੁਲਵਾੜੀ ਰਸਾਲਾ ਸੀਗਾ ਉਸ ਦੇ ਵਿੱਚ ਇਹ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਨੇ। एक अद्धा मिनट कहानी दे विच लुधियाने तो फिरोजपुर जाने वाली सवारी गड्डी के स्टेशन तो चलण समय प्लेटफार्म उत्ते पई हफड़ा दफड़ी का जिहड़ा नज़ारा है उसनूं पेश करती हैगी है एक अद्धा मिनट दे विच, लुधियाना तो फिरोजपुर का। ओके, इस तो इलावा विग्यानक लेख। सो इस पुस्तक के विच सारे लेख जिहड़े वो ज्ञान साहित ने, ज्ञान नाल भरपूर ने, ज्ञान बारे सानूं जानकारी दिंदे ने। और इन्हां लेखां दे राहें कमला अकाली ने कुदरत दीयां जो रचनावां ने, जो रचनां दाता ने, उन्हां दे बारे जिक्र किया है, जिवें कि सूरज ते चंद, अर्थ विग्यान, मनोविग्यान, तारा विग्यान, समुद्री जिंदगी, भौतिक विग्यान अते रब दी होंद दा जिहड़ा ज्ञान है
ਉਸ ਨੂੰ ਇਹਨਾਂ ਨੇ ਆਪਣੀ ਇਸ ਪੁਸਤਕ ਦੇ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਸ ਤੋਂ ਇਲਾਵਾ ਪੁਸਤਕ ਦੇ ਵਿੱਚ ਵਿਗਿਆਨਕ ਵਿਸ਼ਿਆਂ ਦੇ ਨਾਲ ਸੰਬੰਧ ਕੁੱਲ 12 ਲੇਖ ਜਿਹੜੇ ਹੈ ਉਹਨਾਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਦੇ ਵਿੱਚ ਚੜ੍ਹਦਾ ਸੂਰਜ ਪਹਿਲਾ ਹੈ, ਬ੍ਰਿਸ਼ ਪਹਿਲਾ, ਬ੍ਰਿਸ਼ ਦੂਜਾ, ਬ੍ਰਿਸ਼ ਤੀਜਾ, ਇਹ ਤਿੰਨੋਂ ਰਚਨਾਵਾਂ ਨੇ ਗੀਆਂ। ਧਨ ਦੌਲਤ, ਸੁੱਬੀ ਦਾ ਸੱਪ, ਹਾਰ ਦਾ ਡਰ, ਤਾਰਾਗਨ, ਸਾਗਰ ਦੀ ਦੁਨੀਆ, ਤਪ ਸਾਧਨ, ਰੱਬ ਤੇ ਸਾਇੰਸ ਤੇ ਰੱਬ ਦੀ ਯਾਦ ਜਿਹੜਾ ਹੈਗਾ ਨੇ, ਇਹ ਸਾਰੀਆਂ ਹੀ ਵਿਗਿਆਨਕ ਲੇਖ ਨੇ ਜਿਹਦੇ ਵਿੱਚ ਵਿਗਿਆਨ ਨੂੰ ਜਿਹੜਾ ਹੈ ਪ੍ਰੈਫਰੈਂਸ ਦਿੱਤੀ ਗਈ ਹੈ, ਵਿਗਿਆਨ ਬਾਰੇ ਜਿਹੜੀ ਹੈ ਬਹੁਮੁੱਲੀ ਜਾਣਕਾਰੀ ਆ ਉਹ ਦਿੱਤੀ ਗਈ ਹੈਗੀ ਹੈ। ਨੈਕਸਟ ਹੈ ਭਾਰਤ ਦੇ ਭਰਪੂਰ ਭੰਡਾਰੇ। ਸੋ ਇਸ ਦੀ ਪੁਸਤਕ ਦਾ ਜਿਹੜਾ ਪ੍ਰਕਾਸ਼ਨ ਹੈ ਉਹ 1956 ਦੇ ਵਿੱਚ ਹੋਇਆ ਸੀਗਾ, ਜਿਸ ਦੇ ਵਿੱਚ ਕੁੱਲ 6 ਛੋਟੇ ਲੇਖ ਨੇ ਜਿਹੜੇ ਉਹ ਇਨਕਲੂਡ ਕੀਤੇ ਗਏ ਸੀਗੇ। ਇਸ ਪੁਸਤਕ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਗੱਲ ਕੀਤੀ ਹੈ ਜੀਵਕ ਅਵਸਥਾ ਦੇ ਵਿਅਕਤੀਆਂ ਦੇ ਲਈ, ਹੈ ਨਾ। ਸੋ ਉਹਨਾਂ ਦੇ ਲਈ ਇਹ ਸਪੈਸ਼ਲ ਪੁਸਤਕ ਜਿਹੜੀ ਹੈ ਲਿਖੀ ਗਈ ਸੀ। ਇਸ ਪੁਸਤਕ ਦੇ ਵਿੱਚ ਭਾਰਤ ਦੇ ਜਿਹੜੇ 5 ਸਾਲਾ ਯੋਜਨਾਵਾਂ ਦਾ ਵੇਰਵਾ ਦੇਖਣ ਨੂੰ ਮਿਲਦਾ ਹੈ। ਭਾਖੜਾ ਦੀ ਯੋਜਨਾ, ਭਾਰਤ ਦੇ ਸੰਵਿਧਾਨ ਦੀ ਗੱਲ, ਗਾਂਧੀ ਜੀ ਦੀ ਵਿਚਾਰਧਾਰਾ, ਊਚ ਨੀਚ ਤੇ ਛੂਤ-ਛਾਤ ਦਾ ਕਲੰਕ, ਕਿੱਤ ਦੀ ਅਹਿਮੀਅਤ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿਣ ਦੀ ਲੋੜਾਂ ਦੇ ਪੱਖ ਬਾਰੇ ਜਿਹੜਾ ਜ਼ਿਕਰ ਕੀਤਾ ਹੈ। ਯਾਨੀ ਕਿ ਆਜ਼ਾਦੀ ਤੋਂ ਬਾਅਦ ਕਾਫੀ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜਾ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਪਰ ਜ਼ਿਕਰ ਕੀਤਾ ਹੈ। ਨੈਕਸਟ ਹੈ ਕਥਨੀ ਉਰੀ ਤੇ ਕਰਨੀ ਪੂਰੀ। ਸੋ ਇਹ ਰਚਨਾ 1947 ਦੇ ਭਾਰਤ ਪਾਕਿਸਤਾਨ ਦੇ ਵਡਾਰੇ ਤੋਂ ਬਾਅਦ ਸਮਾਜਿਕ ਤੇ ਆਰਥਿਕ ਤੇ ਪ੍ਰਬੰਧਕੀ ਢਾਂਚੇ ਦਾ ਸਰਵੇਖਣ ਕਰਨ ਵਾਲੀ ਪੁਸਤਕ ਹੈ। ਇਸ ਪੁਸਤਕ ਦਾ ਪ੍ਰਕਾਸ਼ਨ ਜਿਹੜਾ ਹੈ 1958 ਦੇ ਵਿੱਚ ਹੋਇਆ ਸੀਗਾ, ਔਰ ਆਜ਼ਾਦੀ ਤੋਂ 11 ਸਾਲ ਬਾਅਦ ਇਸ ਪੁਸਤਕ ਦੇ ਵਿੱਚ ਭਾਰਤੀਆਂ ਦੇ ਪ੍ਰਬੰਧਕੀ ਢਾਂਚੇ ਤੋਂ ਕਮਲਾ ਅਕਾਲੀ ਦਾ ਜਿਹੜਾ ਵਿਸ਼ਵਾਸ ਆ ਉਹ ਉੱਠ ਗਿਆ ਸੀ, ਕਿਉਂਕਿ ਇਹਨਾਂ ਦੇ ਦੁਆਰਾ ਜੋ ਸੁਵਿਧਾਵਾਂ ਪ੍ਰੋਵਾਈਡ ਕੀਤੀਆਂ ਗਈਆਂ ਸੀ ਉਹ ਲੋਕਾਂ ਨੂੰ ਨਹੀਂ ਮਿਲ ਰਹੀਆਂ ਸੀਗੀਆਂ। ਹਾਲਾਂਕਿ ਇਹ ਛੋਟੇ ਘਰ ਦੀ ਰਚਨਾ ਹੈ, ਬਟ ਦੇਸ਼ ਵਾਸੀਆਂ ਨੂੰ ਸਵਾਰਥੀ ਲੀਡਰਾਂ ਦੇ ਵਿਰੁੱਧ ਸਖਤ ਤਾੜਨਾ ਜਿਹੜੀ ਉਹ ਇਸ ਪੁਸਤਕ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈਗੀ। ਭਾਰਤ ਦੇ ਭਰਪੂਰ ਭੰਡਾਰੇ, ਕਥਨੀ ਉਰੀ ਤੇ ਕਰਨੀਪੁਰੀ ਦੋਨੋਂ ਪੁਸਤਕਾਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮਿਲੇ ਛੁਟਕਾਰੇ ਤੋਂ ਬਾਅਦ ਦੀਆਂ ਰਚਨਾਵਾਂ ਨੇਗੀਆਂ। ਓਕੇ, ਜਿਨ੍ਹਾਂ ਦੇ ਵਿੱਚ ਆਜ਼ਾਦ ਹਿੰਦ ਦੇ ਵਾਸੀਆਂ ਦੀ ਆਜ਼ਾਦੀ ਬਾਰੇ ਚਿੱਤਰੇ ਸੁਪਨਿਆਂ ਤੇ ਪ੍ਰਸਥਿਤੀਆਂ ਪ੍ਰਤੀ ਜਾਣਕਾਰੀ ਦੇਣ ਅਤੇ ਵਧੀਆ ਜੀਵਨ ਜਾਂਚ ਸਿਖਾਉਣ ਦਾ ਅਨੁਭਵ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ। ਦੋਨੋਂ ਹੀ ਪੁਸਤਕਾਂ ਜਿਹੜੀਆਂ ਨੇ ਉਹ ਯਥਾਰਥ ਜਿਹੜਾ ਉਪਰਾਲਾ ਕੀਤਾ ਗਿਆ ਹੈ, ਯਥਾਰਥ ਨੂੰ ਜਿਹੜਾ ਹੈ ਉਹ ਪੇਸ਼ ਕਰਦੀਆਂ ਹੈਗੀਆਂ ਨੇ। ਨੈਕਸਟ ਹੈ ਮੇਰਾ ਵਿਲਾਇਤੀ ਸਫ਼ਰਨਾਮਾ। ਸੋ ਇਹ ਸਫ਼ਰਨਾਮਾ ਜਿਹੜਾ ਹੈ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਜਾਂ 2 ਭਾਗਾਂ ਦੇ ਵਿੱਚ ਛਪਿਆ ਹੋਇਆ ਹੈ। ਪਹਿਲਾ ਭਾਗ 1931 ਦੇ ਵਿੱਚ ਛਪਿਆ ਸੀ, ਜਿਸ ਦੇ ਵਿੱਚ 10 ਕਾਂਡ ਸੀਗੇ। ਦੂਜਾ ਭਾਗ 1933 ਦੇ ਵਿੱਚ ਛਪਿਆ ਸੀਗਾ, ਪ੍ਰਕਾਸ਼ਿਤ ਹੋਇਆ ਸੀ, ਜਿਸ ਦੇ ਵਿੱਚ 9 ਕਾਂਡ ਜਿਹੜੇ ਆ ਉਹ ਸ਼ਾਮਲ ਸੀਗੇ। ਸਫ਼ਰਨਾਮੇ ਦੇ ਵਿੱਚ ਉਹਨਾਂ ਨੇ ਵਿਲਾਇਤ ਤੋਂ ਭਾਵ ਜਿਹੜਾ ਯੂਰਪ ਤੋਂ ਲਿਆ ਹੈ, ਯਾਨੀ ਕਿ ਯੂਰਪ ਦੇ ਵਿੱਚ ਜਿਹੜਾ ਉਹਨਾਂ ਨੇ ਸਫ਼ਰ ਕੀਤਾ ਸੀਗਾ ਉਸ ਬਾਰੇ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਕਮਲਾ ਅਕਾਲੀ ਬੇਸ਼ੱਕ ਵਿੱਦਿਆ ਪ੍ਰਾਪਤੀ ਲਈ ਪਹਿਲਾਂ ਸਿੱਧਾ ਇੰਗਲੈਂਡ ਹੀ ਗਿਆ ਸੀ, ਪਰ ਉਸ ਨੇ ਇੰਗਲੈਂਡ ਦੇ ਨਾਲ ਲੱਗਦੇ ਬਹੁਤ ਸਾਰੇ ਹੋਰ ਜਿਹੜੇ ਮੁਲਕ ਸੀ ਉਹਨਾਂ ਦੀ ਵੀ ਸੈਰ ਕੀਤੀ ਸੀ, ਯਾਨੀ ਕਿ ਉੱਥੋਂ ਤੱਕ ਵੀ ਉਹ ਘੁੰਮ ਕੇ ਆਏ ਸੀਗੇ। ਇਸ ਸਫ਼ਰਨਾਮੇ ਦੇ ਵਿੱਚ ਲੰਡਨ, ਪੈਰਿਸ, ਫਰਾਂਸ ਤੇ ਸਵਿਟਜ਼ਰਲੈਂਡ ਦੀ ਸ਼ਹਿਰ ਦਾ ਜਿਹੜਾ ਜ਼ਿਕਰ ਹੈ ਉਹਨਾਂ ਦੇ ਦੁਆਰਾ ਕੀਤਾ ਗਿਆ ਹੈ। ਲੰਡਨ ਦਾ ਇਤਿਹਾਸ, ਲੰਡਨ ਦੀ ਰਹਿਣੀ ਬਹਿਣੀ, ਲੰਡਨ ਦੀਆਂ ਕੁੜੀਆਂ, ਫਰਾਂਸ ਦੀ ਕਲਾ, ਸਵਿਟਜ਼ਰਲੈਂਡ ਦੀ ਝੀਲ ਦੇ ਨਜ਼ਾਰੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਇਸ ਪੁਸਤਕ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਸਫ਼ਰਨਾਮੇ ਦੇ ਪਹਿਲੇ ਕਾਂਡ ਦੇ ਵਿੱਚ ਘਰ ਤੋਂ ਵਿਦਾਇਗੀ ਅਤੇ ਲੰਡਨ ਤੱਕ ਪਹੁੰਚਣ ਦਾ ਜਿਹੜਾ ਸਮੁੰਦਰੀ ਸਫ਼ਰ ਹੈ ਉਸ ਦੇ ਪ੍ਰਤੀ ਸਮਰਪਿਤ ਕੀਤਾ ਗਿਆ ਹੈ। ਪਹਿਲੇ ਕਾਂਡ ਦੇ ਵਿੱਚ ਕਿ ਘਰ ਤੋਂ ਕਿਵੇਂ ਵਿਦਾਇਗੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹ ਲੰਡਨ ਦੀ ਧਰਤੀ ਉੱਪਰ ਕਿਵੇਂ ਪਹੁੰਚਦਾ ਹੈ। ਸੋ ਪੂਰਾ ਸਮੁੰਦਰੀ ਜਿਹੜਾ ਸਫ਼ਰ ਹੈ ਉਸ ਦਾ ਜ਼ਿਕਰ ਇਸ ਵਿੱਚ ਮਿਲਦਾ ਹੈਗਾ। ਇਸ ਤੋਂ ਬਾਅਦ ਚੌਥੇ ਕਾਂਡ ਦੇ ਵਿੱਚ ਉਹਨਾਂ ਦਾ ਇੰਗਲੈਂਡ ਦੀ ਧਰਤੀ ਦੇ ਉੱਤੇ ਜਨਜੀਵਨ ਦੇ ਕਈ ਪੱਖਾਂ ਦੇ ਉੱਪਰ ਰੋਸ਼ਨੀ ਪਾਈ ਹੈ ਕਿ ਕਿਵੇਂ ਦਾ ਜਿਹੜਾ ਇੰਗਲੈਂਡ ਦੀ ਧਰਤੀ ਦੇ ਉੱਪਰ ਜਨਜੀਵਨ ਹੈ, ਸਿਸਟਮ ਕਿਹੋ ਜਿਹਾ ਹੈ, ਰਹਿਣ ਸਹਿਣ ਦਾ, ਸੋ ਉਸ ਦੇ ਉੱਪਰ ਵਿਸ਼ੇਸ਼ ਤੌਰ ਦੇ ਉੱਪਰ ਉਹਨੇ ਜ਼ਿਕਰ ਕੀਤਾ ਹੈ। ਜੋ ਸਫ਼ਰਨਾਮੇ ਦੇ ਦੂਜੇ ਹਿੱਸੇ ਦੇ 18ਵੇਂ ਕਾਂਡ ਦੇ ਵਿੱਚ ਤੱਕ ਵਰਣਨ ਮਿਲਦਾ ਹੈ। ਚੌਥੇ ਤੋਂ ਸ਼ੁਰੂ ਹੁੰਦਾ ਹੈ ਅਤੇ 18ਵੇਂ ਕਾਂਡ ਤੱਕ ਜਿਹੜਾ ਉਹ ਕੰਟੀਨਿਊ ਚੱਲਦਾ ਹੈ। ਅਖੀਰਲੇ 19ਵੇਂ ਕਾਂਡ ਦੇ ਵਿੱਚ ਇੰਗਲੈਂਡ ਤੋਂ ਵਾਪਸੀ ਦਾ ਜਿਹੜਾ ਬਿਆਨ ਹੈ ਉਹ ਦੇਖਣ ਨੂੰ ਮਿਲਦਾ ਹੈ। ਪਹਿਲੇ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਵਿਦਾਇਗੀ ਹੁੰਦੀ ਹੈ, ਅਤੇ 19ਵੇਂ ਦੇ ਵਿੱਚ ਉਹ ਵਾਪਸ ਆਉਂਦੇ ਹੈਗੇ ਨੇ ਇੰਗਲੈਂਡ ਤੋਂ। ਨੈਕਸਟ ਹੈ ਮੇਰਾ ਆਖਰੀ ਸਫ਼ਰਨਾਮਾ। ਇਹ ਸਫ਼ਰਨਾਮਾ ਲੇਖਕ ਦੀ ਮੌਤ ਤੋਂ ਬਾਅਦ 1980 ਦੇ ਵਿੱਚ ਜਿਹੜਾ ਪ੍ਰਕਾਸ਼ਿਤ ਹੋਇਆ ਸੀਗਾ। ਸੋ ਇਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੀ ਸੈਰ ਦੇ ਨਾਲ ਸੰਬੰਧ ਜੋ ਉਹਨਾਂ ਦੇ ਐਕਸਪੀਰੀਅੰਸ ਰਹੇ ਸੀ ਉਹਨਾਂ ਨੂੰ ਪੇਸ਼ ਕੀਤਾ ਸੀਗਾ। ਅਮਰੀਕਾ ਦੀ ਸੈਰ ਉਹਨਾਂ ਨੇ ਤਕਰੀਬਨ 1972 ਦੇ ਵਿੱਚ ਕੀਤੀ ਸੀਗੀ, ਬਟ ਇਹ ਪੁਸਤਕ 1980 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ, ਔਰ ਉਸ ਸਮੇਂ ਉਹਨਾਂ ਦੀ ਉਮਰ ਜਿਹੜੀ ਹੈ ਉਹ 83 ਸਾਲਾਂ ਦੀ ਸੀਗੀ ਜਦੋਂ ਉਹ ਅਮਰੀਕਾ ਗਏ ਸੀਗੇ। ਸਫ਼ਰਨਾਮੇ ਦੇ ਕੁੱਲ 10 ਕਾਂਡ ਨੇ, 10 ਕਾਂਡਾਂ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੈ, ਔਰ ਇਸ ਸਫ਼ਰਨਾਮੇ ਦੇ ਵਿੱਚ ਅਮਰੀਕਨ ਲੋਕਾਂ ਦੇ ਹੱਥੀਂ ਕਿਰਤ ਕਰਨ ਅਤੇ ਆਪਣੇ ਪੈਰਾਂ 'ਤੇ ਖੜਾਉਣ ਦੀ ਜਿਹੜੀ ਸ਼ੁਰੂਆਤ ਜਾਂ ਸ਼ੁਰੂ ਤੋਂ ਦਿੱਤੀ ਜਾਂਦੀ ਸਿੱਖਿਆ ਬਾਰੇ ਬੜੀ
ਗੰਭੀਰ ਵਿਚਾਰ ਜਿਹੜੇ ਆ ਉਹ ਪੇਸ਼ ਕੀਤੇ ਨੇ ਕਿ ਕਿਵੇਂ ਉਹ ਆਪਣੇ ਪੈਰਾਂ ਦੇ ਉੱਪਰ ਖੜੇ ਹੁੰਦੇ ਨੇ ਮਿਹਨਤ ਕਰਕੇ, ਕਿਰਤ ਕਰਕੇ। ਠੀਕ ਹੈ, ਸੋ ਇਹ ਸੀਗਾ ਸਾਡਾ ਅੱਜ ਦਾ ਟੌਪਿਕ, ਜਿਸ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਬਾਰੇ ਆਪਾਂ ਡਿਸਕਸ ਕੀਤਾ ਹੈ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।